पूरे यूके ਦੇ ਵਿੱਚ ਤੇ ਹੋਰ ਵੱਖੋ-ਵੱਖ ਸਾਧਨਾਂ ਦੇ ਰਾਹੀਂ ਵੱਖੋ-ਵੱਖ ਮਾਧਿਅਮ ਦੇ ਰਾਹੀਂ ਜਿੱਥੇ-ਜਿੱਥੇ ਵੀ ਤੁਸੀਂ ਇਸ ਵੇਲੇ KTV ਦੇ ਨਾਲ ਜੁੜੇ ਹੋਏ ਹੋ ਸਵਾਗਤ ਹੈ ਜੀ ਤੁਹਾਡਾ ਤੇ ਜੀ ਆਇਆਂ ਨੂੰ ਹੈ ਤੇ KTV ਦੇ ਸਟੂਡੀਓ ਦੇ ਵਿੱਚ ਤੇ ਆਪ ਜੀ ਨੂੰ ਪਤਾ ਹੀ ਹੈ ਕਿ ਸੈਚਰਡੇ ਦਾ ਦਿਨ ਯਾਨੀ ਕਿ ਸ਼ਨੀਵਾਰ ਦਾ ਦਿਨ ਸ਼ਨੀਵਾਰ ਦੀ ਈਵਨਿੰਗ ਹੈ ਤੇ ਇਸ ਟਾਈਮ ਦੇ ਉੱਤੇ KTV ਸਪੈਸ਼ਲ ਸ਼ੋਅ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਤੇ ਜਿਸ ਦੇ ਵਿੱਚ ਸਿਟੀ ਲੋ ਪ੍ਰੈਕਟਿਸ ਤੋਂ ਵਕੀਲ ਸਾਹਿਬਾਨ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਨ ਤੁਹਾਡੀ ਸੇਵਾ ਦੇ ਵਿੱਚ ਤੇ ਤੁਹਾਡੇ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੀਆਂ ਕੋਲਾਂ ਵੀ ਦੋ ਚਾਰ ਜ਼ਰੂਰ ਲਈਆਂ ਜਾਣ ਤਾਂ ਜੋ ਜਿਹੜਾ ਸਵਾਲ ਹੁੰਦਾ ਹੈ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਨਹੀਂ ਆਉਂਦਾ ਤੇ ਰਹਿ ਜਾਂਦਾ ਹੈ ਤੇ ਫਿਰ ਉਹ ਦਰਸ਼ਕ ਜਿਹੜਾ ਹੁੰਦਾ ਕਿਉਂਕਿ ਹਰ ਇੱਕ ਨੂੰ ਵੱਖੋ ਵੱਖਰੀ ਪ੍ਰੋਬਲਮ ਹੁੰਦੀ ਹੈ ਹਰ ਇੱਕ ਦਾ ਵੱਖੋ ਵੱਖਰਾ ਮਸਲਾ ਹੁੰਦਾ ਤੇ ਵੱਖੋ ਵੱਖ ਤਰੀਕੇ ਦਾ ਕੇਸ ਹੁੰਦਾ ਕਿਉਂਕਿ ਕੋਈ ਵੀ ਕਿਸੇ ਦੀ ਵੀ ਜਿਵੇਂ ਕਿ ਕਹਿ ਲਓ ਕਿ ਇੱਕ ਬੰਦੇ ਨੂੰ ਬੁਖਾਰ ਚੜਿਆ ਤਾਂ ਉਹਦੇ ਲੱਛਣ ਹੋਰ ਹੁੰਦੇ ਹਨ ਦੂਸਰੇ ਬੰਦੇ ਨੂੰ ਚੜਿਆ ਹੋਵੇ ਤਾਂ ਉਹਦੇ ਹੋਰ ਹੁੰਦੇ ਹਨ ਇਸੇ ਤਰ੍ਹਾਂ ਕੇਸ ਭਾਵੇਂ ਸਿਮਿਲਰ ਹੋਵੇ ਪਰ ਸਰਕਮਸਟੈਂਸਸ ਥੋੜ੍ਹੇ ਹਰ ਇੱਕ ਦੇ ਡਿਫਰੈਂਟ ਹੁੰਦੇ ਹਨ ਤੇ ਬਿਲਕੁਲ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਸ਼ਨੀਵਾਰ ਦੀ ਤਰ੍ਹਾਂ ਜਿਵੇਂ ਕਿ ਹਰ ਕੰਟੀਨਿਊਸ ਸ਼ਨੀਵਾਰ ਦੀ ਤਰ੍ਹਾਂ ਨਹੀਂ ਪਰ ਜਿੱਦਣ ਵੀ ਸ਼ਨੀਵਾਰ ਨੂੰ ਅਸੀਂ ਇਹ ਸ਼ੋਅ ਕਰੀਦਾ ਤੇ ਸਿਟੀ ਲੋ ਪ੍ਰੈਕਟਿਸ ਤੋਂ ਜਵੇਦ ਰਸ਼ੀਦ ਜੀ ਸਾਡੇ ਨਾਲ ਹਾਜ਼ਰ ਹੁੰਦੇ ਹਨ ਪਹਿਲਾਂ ਉਹਨਾਂ ਦਾ ਉਹ ਵੀ ਪਹੁੰਚ ਗਏ ਹਨ ਸਟੂਡੀਓ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਕਹਿ ਲਈਏ ਵੈਲਕਮ ਕਹਿ ਲਈਏ ਤੇ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਕਰਦੇ ਜਵੇਦ ਜੀ ਵੈਲਕਮ ਤੇ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਲਾਮ ਐਂਡ ਗੁੱਡ ਈਵਨਿੰਗ ਭਾਜੀ ਥੈਂਕਸ ਫॉर ਇਨਵਾਈਟਿੰਗ ਮੀ ਅਗੇਨ ਤੇ ਅੱਜ ਦੁਬਾਰਾ ਆਪਾਂ ਦੀ ਮੁਲਾਕਾਤ ਹੋਈ ਹੈ ਹਾਂਜੀ ਤੇ ਪਿੱਛੇ ਆਪਣਾ ਦਾ ਗੁਰਪੁਰਬ ਵੀ ਗੁਜ਼ਰਾ ਸੋਹਣਾ ਗੁਰੂ ਨਾਨਕ ਹੋਰਾਂ ਦਾ ਸਿਲਸਿਲਾ ਚੱਲਿਆ ਹਾਂਜੀ ਲਾਈਟਾਂ ਸ਼ਾਈਟਾਂ ਤੱਕੀਆਂ ਮੈਂ ਬੜਾ ਖੁਸ਼ੀ ਹੋਈ ਮਨ ਨੂੰ ਹਾਂਜੀ ਤੇ ਸਾਡਾ ਜਿਹੜਾ ਕਲਰਫੁਲ ਕਲਚਰ ਹੈਗਾ ਹਾਂਜੀ ਹਾਂਜੀ ਤੇ ਹਰ ਤਰ੍ਹਾਂ ਦੇ ਇੰਗਲੈਂਡ ਅਸੀਂ 3-3 4-4 ਈਦਾਂ ਮਨਾਉਂਦੇ ਹਾਂ ਕ੍ਰਿਸਮਸ ਵੀ ਮਨਾਉਂਦੇ ਹਾਂ ਆਪਣੀ ਜਿਹੜੇ ਮੁਸਲਿਮ ਦੀ ਉਹ ਵੀ ਮਨਾਉਂਦੇ ਹਾਂ ਈਦ ਵੀ ਮਨਾਉਂਦੇ ਆ ਗੁਰਪੁਰਬ ਵੀ ਮਨਾਉਂਦੇ ਆ ਹਾਂਜੀ ਤੇ ਆਈ ਮੀਨ what a diversified culture ਹੈ ਨਾ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਆ ਸ਼ਾਇਦ ਇਹ ਇਸ ਮੁਲਕ ਦੀ ਬਿਊਟੀ ਹੈਗੀ ਆ ਕਿ ਹਰ ਰੰਗ ਨਸਲ ਜ਼ੁਬਾਨ ਦੇ ਲੋਕ ਰਹਿੰਦੇ ਨੇ ਇਸ ਵਾਸਤੇ ਇਸ ਮੁਲਕ ਦਾ ਕਹਿੰਦੇ ਸੂਰਜ ਹਮੇਸ਼ਾ ਚੜ੍ਹਦਾ ਰਹਿੰਦਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਬਹੁਤ ਸਹੀ ਗੱਲ ਹੈ ਜੀ ਕਿ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰਪੁਰਬ ਹੁਣੇ ਲੰਘ ਕੇ ਹਟਿਆ ਉਸ ਤੋਂ ਪਹਿਲਾਂ ਦੀਵਾਲੀ ਵੀ ਲੰਘ ਕੇ ਹਟੀ ਆ ਤੇ ਈਦ ਵੀ ਲੰਘ ਕੇ ਹਟੀ ਆ ਬਿਲਕੁਲ ਤੇ ਇਹ ਸਾਰਾ ਭਾਈਚਾਰਾ ਜਿਹੜਾ ਇਕੱਠਾ ਹੋ ਕੇ ਰਹਿੰਦਾ ਤੇ ਬੇਸਿਕਲੀ ਜੇਕਰ ਦੇਖਿਆ ਜਾਵੇ ਜੇ ਇੱਧਰ ਨੂੰ ਵੀ ਆਪਾਂ ਥੋੜਾ ਜਿਹਾ ਦੇਖੀਏ ਤਾਂ ਜਿਹੜਾ ਆਪਣਾ ਜਿਹੜਾ ਕਲਚਰ ਹੈ ਉਹ ਵੀ ਸਾਰਾ ਇਕੱਠਾ ਹੀ ਹੈ ਨਾ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਤੇ ਸਾਰਾ ਕੁਝ ਸੇਮ ਹੈ ਬੋਲੀ ਸੇਮ ਹੈ ਸਾਰਾ ਕਲਚਰ ਸੇਮ ਹੈ ਤੇ ਬਿਲਕੁਲ ਜੀ ਤੇ ਜਿੱਥੇ ਇੱਥੇ ਦਿਨ 100 ਦਾ ਆਪਾਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਹਾਂ ਸਾਰੇ ਖੁਸ਼ੀਆਂ ਇਕੱਠੇ ਹੋ ਕੇ ਮਨਾਉਂਦੇ ਹਾਂ ਤੇ ਉੱਥੇ ਫਿਰ ਆਪਾਂ ਜਿਹੜੀ ਕਿਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤੇ ਉਹਦੇ ਲਈ ਫਿਰ ਆਪਾਂ ਮਸਲਾ ਵੀ ਇਕੱਠੇ ਬੈਠ ਕੇ ਸਾਰੇ ਹੱਲ ਕਰਦੇ ਹਾਂ ਜੀ ਭਾਜੀ ਸਾਡੇ ਮਸਲੇ ਵੀ ਸੇਮ ਹਨ ਸਾਡੇ ਸੋਲੂਸ਼ਨ ਵੀ ਸੇਮ ਹਨ ਹਾਂਜੀ ਸਾਡੀ ਭੁੱਖ ਵੀ ਜਿਤਨੀਆਂ ਸਾਡੇ ਲਾਲਚ ਵੀ ਜਿਤਨੀਆਂ ਸਹੀ ਗੱਲ ਹੈ ਜੀ ਹਾਂਜੀ ਬਿਲਕੁਲ ਜੀ ਸਾਡਾ ਬਹੁਤ ਕੁਝ ਸਾਂਝਾ ਵੇ ਦੁੱਖ ਸੁੱਖ ਵੀ ਸਾਂਝੇ ਹਾਂਜੀ ਹਾਂਜੀ ਬਿਲਕੁਲ ਜੀ ਸਾਰਾ ਕੁਝ ਸਾਂਝਾ ਤੇ ਬਿਲਕੁਲ ਜੀ ਜਿੱਥੋਂ ਕਹਿੰਦੇ ਕਿ ਸਾਂਝ ਦਾ ਉੱਥੇ ਇੱਕ ਪੰਜਾਬੀ ਦੀ ਜਿੱਦਾਂ ਕਿ ਕਹਿੰਦੇ ਕਿ ਕਹਾਵਤ ਹੈ ਕਿ ਜਿਹੜਾ ਕਿ ਉਹ ਹੁਨਰ ਹੈ ਕਿਸੇ ਦੇ ਕੋਲ ਜਾਂ ਕਿਸੇ ਦੇ ਕੋਲ ਨੌਲੇਜ ਹੈ ਉਹ ਵੀ ਉਨਾ ਚਿਰ ਇੰਪੋਰਟੈਂਟ ਹੈ ਜਿੰਨਾ ਚਿਰ ਉਹ ਉਸ ਨੂੰ ਦੂਸਰੇ ਦੇ ਕੰਮ ਆ ਸਕੇ ਜਿੰਨਾ ਚਿਰ ਜੇਕਰ ਹੁਣ ਤੁਸੀਂ ਹੁਣ ਸਲਿਸਟਰ ਬਣੇ ਆ ਆਪਣੀਆਂ ਡਿਗਰੀਆਂ ਕੀਤੀਆਂ ਜੇਕਰ ਕਿਸੇ ਦੀ ਹੈਲਪ ਕਰੋਗੇ ਤਾਂ ਕਿਸੇ ਦੇ ਕੰਮ ਆਓਗੇ ਫਿਰ ਉਸ ਦਾ ਫਾਇਦਾ ਜੇਕਰ ਉਸ ਨੂੰ ਲੈ ਕੇ ਉੱਦਾਂ ਹੀ ਘੁੰਮੀ ਜਾਣ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਭਾਜੀ ਇਹੀ ਫਾਇਦਾ ਦੇਣੇ ਵਾਸਤੇ ਅਸੀਂ KTV ਦੇ ਸ਼ੋਅ 'ਚ ਆਉਂਦੇ ਹਾਂ ਤੇ ਆਪੀ ਜਿਹੜੀਆਂ ਨੌਲੇਜ ਜਿਹੜਾ ਇਲਮ ਜਿਹੜੀ ਡਿਗਰੀਆਂ ਜਿਹੜਾ ਨੰਬਰ ਆਫ ਈਅਰ ਐਕਸਪੀਰੀਅੰਸ ਹੈ ਆਪਾਂ ਉਹ ਸ਼ੇਅਰ ਕਰਦੇ ਹਾਂ ਇਸ ਪਲੇਟਫਾਰਮ ਤੇ ਤਾਂ ਕਿ ਆਪਣੇ ਜਿਹੜੇ ਸੁਣਨੇ ਔਰ ਦੇਖਣੇ ਵਾਲੇ ਜਿਹੜੇ ਬਜ਼ੁਰਗ ਹਨ ਜਿਹੜੇ ਬੱਚੇ ਨੇ ਜਿਹੜੇ ਦੂਸਰੀ ਜਗ੍ਹਾ ਤੋਂ ਅੰਗਰੇਜ਼ੀ ਸ਼ਾਇਦ ਨਹੀਂ ਸਮਝਦੇ ਆਪਣੀ ਜ਼ੁਬਾਨ ਵਿੱਚ ਇਸ ਦਾ ਪ੍ਰਚਾਰ ਕਰੀਦਾ ਤਾਂ ਕਿ ਲੋਕਾਂ ਨੂੰ ਸਮਝ ਲੱਗ ਸਕੇ ਕਿ ਜੋ ਇੱਥੇ ਦੇ ਕਾਨੂੰਨੀ ਮਸਲੇ ਮਸਾਇਲ ਹਨ ਉਸਦਾ ਹੱਲ ਦਿੱਤਾ ਜਾਵੇ ਭਲੇ ਉਹ ਪ੍ਰੋਪਰਟੀ ਲਾਅ ਹੋਵੇ ਭਲੇ ਇਮੀਗ੍ਰੇਸ਼ਨ ਹੋਵੇ ਜਾਂ ਭਲੇ ਜੋ ਵੀ ਕਰੰਟ ਮੁੱਦਾ ਹੋਵੇ ਆਪਾਂ ਉਸ 'ਤੇ ਗੱਲ ਕੀਤੀ ਦਾ ਜਿਸ ਤਰ੍ਹਾਂ ਅੱਜ ਕੱਲ੍ਹ ਕਰੰਟ ਮੁੱਦੇ ਤੋਂ ਚੱਲਿਆ ਅੱਜ ਕੱਲ੍ਹ ਨਵੀਂ ਚੀਜ਼ ਬੜੀ ਵਾਇਰਲ ਵੀ ਹੋ ਰਹੀ ਆ ਹਰ ਮੀਡੀਆ ਤੇ ਵੀ ਸੋਸ਼ਲ ਮੀਡੀਆ ਤੇ ਆ ਰਹੀ ਆ ਕਿ ਬ੍ਰਿਟਿਸ਼ ਨੈਸ਼ਨੈਲਿਟੀ ਕੈਂਸਲ ਹੋ ਰਹੀ ਹੈ British nationality can be taken away without given the prior notice ਯਾਨੀ ਕਿ ਜਿਹੜੀ ਹੋਮ ਸੈਕਟਰੀ ਆ ਇੱਥੇ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹ ਤੁਸਾਂ ਦੀ ਜਿਹੜੀ ਬ੍ਰਿਟਿਸ਼ ਨੈਸ਼ਨੈਲਿਟੀ ਹੈ ਜਿਹੜਾ ਲਾਲ ਗੱਤਾ ਹੈ ਉਹ ਲੈ ਸਕਦੀ ਹੈ ਯਾਨੀ ਲਾਲ ਗੱਤੇ ਨੂੰ ਕਾਲਾ ਗੱਤਾ ਕਰਨੇ ਟਾਈਮ ਨਹੀਂ ਲੱਗੂਗਾ ਜਾਂ ਗ੍ਰੀਨ ਗੱਤਾ ਕਰਨਾ ਟਾਈਮ ਨਹੀਂ ਲੱਗੂਗਾ ਅਸੀਂ ਥੋੜਾ ਜਿਹਾ ਮਜ਼ੀਦ ਅਸੀਂ ਗੱਲ ਅੱਗੇ ਟੋਰੀਏ ਤੇ ਥੋੜਾ ਜਿਹਾ ਅਸੀਂ ਐਡ ਕਰ ਦਈਏ ਕਿ ਜਿਹੜਾ ਨੈਸ਼ਨੈਲਿਟੀ ਲੈਣੇ ਦਾ ਦੇਖੋ ਕਿਸੇ ਵੀ ਮੁਲਕ ਦੀ ਨੈਸ਼ਨੈਲਿਟੀ ਉਸ ਮੁਲਕ ਦਾ ਹੱਕ ਹੁੰਦਾ ਹਾਂਜੀ ਬਿਲਕੁਲ ਉਹਦੀ ਪ੍ਰਾਪਰਟੀ ਉਹਨਾਂ ਦੀ ਨਾ ਐਗਜ਼ੈਕਟਲੀ ਉਹਦੀ ਪ੍ਰਾਪਰਟੀ ਆ ਜਿਹੜਾ ਇੱਥੇ ਦੀ ਰੈੱਡ ਪਾਸਪੋਰਟ ਹੈ ਜਿਹੜਾ ਕਿ ਹੁਣ ਕੇ ਆਲਮੋਸਟ ਬਲੂ ਹੋ ਚੁੱਕਾ ਹੈ ਠੀਕ ਹੈ ਬ੍ਰੈਕਸਿਟ ਤੋਂ ਬਾਅਦ ਉਹ ਕੁਈਨ ਦਾ ਜਾਂ ਇਸ ਮੁਲਕ ਦਾ ਜਾਂ ਇਸ ਗਵਰਨਮੈਂਟ ਦਾ ਹੈਗਾ
ਰਾਈਟ ਹੋਗਾ ਪ੍ਰਾਪਰਟੀ ਹੈਗੀ ਆ, ਠੀਕ ਆ। ਤੇ ਹੁਣ ਜਿਹੜਾ ਬਿੱਲ ਆਇਆ ਨਵਾਂ, ਜਿਹੜਾ ਅੱਗੇ ਜਿਸ ਪ੍ਰਪੋਜ਼ਲ ਪੇਸ਼ ਕੀਤਾ ਗਿਆ, ਜਿਹੜਾ ਪਾਰਲੀਮੈਂਟ ਅੱਗੇ ਚੱਲੂਗਾ, ਸੋਸ਼ਲ ਮੀਡੀਆ ਇਹ ਇੱਕ ਖੌਫ ਦੀ ਫਿਜ਼ਾ ਜੀ ਬਣਾਈ ਗਈ ਆ ਕਿ ਗਵਰਨਮੈਂਟ ਵਾਪਸ ਲੈ ਸਕਦੀ ਆ। ਉਹ ਲੈਣੇ ਵਾਸਤੇ ਖਾਸ ਸ਼ਰਤਾਂ ਹੈਗੀਆਂ, ਠੀਕ ਆ। ਲੈਣੇ ਦਾ ਅਧਿਕਾਰ ਗਵਰਨਮੈਂਟ ਕੋਲ ਪਹਿਲੇ ਵੀ ਸੀ, ਲੇਕਿਨ ਜਿਹੜੀ ਚੀਜ਼ ਪ੍ਰੀਤੀ ਪਟੇਲ ਲੈ ਕੇ ਆ ਰਹੀ ਆ ਉਹ ਹੀ ਕਹਿ ਰਹੀ ਆ ਕਿ ਅਸੀਂ ਲੈ ਸਕਦੇ ਹਾਂ ਵਿਦਆਊਟ ਨੋਟਿਸ ਦਿੱਤੇ ਹੋਏ। ਕੋਈ ਮਾਫ ਕਰਨਾ, ਮੈਂ ਤੁਹਾਨੂੰ ਇੱਥੇ ਮੜ ਜਾ ਟੋਕਦਾ ਜਾਣਕਾਰੀ ਲਈ, ਇਨਫੋਰਮੇਸ਼ਨ ਲਈ। ਬੇਸਿਕਲੀ ਜਿਵੇਂ ਕਿ ਕਹਿ ਲਈਏ ਕਿ ਕੋਈ ਇੱਥੇ ਕ੍ਰਾਈਮ ਕਰ ਦਿੰਦਾ ਜਾਂ ਕੋਈ ਟੈਰਰਿਸਟ ਐਕਟੀਵਿਟੀ ਆ ਜਾਂ ਕੋਈ ਸੀਰੀਅਸ ਕ੍ਰਾਈਮ ਕਰ ਲੈਂਦਾ, ਹਾਂਜੀ ਸੀਰੀਅਸ ਕ੍ਰਾਈਮ, ਕੋਈ ਫਰਾਡ ਕਰਦਾ, ਬੈਂਕ ਲੁੱਟ ਲੈਂਦਾ, ਕੋਈ ਕੁਝ ਵੀ ਹੋ ਜਾਂਦਾ ਜੀ, ਉਸ ਨੂੰ ਕੋਰਟ ਦੇ ਵਿੱਚ ਸਜ਼ਾ ਹੋ ਜਾਂਦੀ ਆ। ਉਹਨਾਂ ਚਲੋ ਫਾਰ ਐਗਜ਼ਾਮਪਲ ਆਪਾਂ ਕਹਿੰਦੇ ਜੀ 5 ਸਾਲ ਦੀ ਸਜ਼ਾ ਹੋ ਗਈ, ਤੋ ਕੋਰਟ ਦੇ ਵਿੱਚੋਂ ਆਰਡਰ ਕਰ ਦਿੱਤਾ ਜਾਂਦਾ ਸੀ ਕਿ 5 ਸਾਲ ਦੀ ਸਜ਼ਾ ਹੋ ਗਈ ਆ, ਉਸ ਤੋਂ ਬਾਅਦ ਤੇਰੀ ਨੈਸ਼ਨੈਲਿਟੀ ਕੈਂਸਲ ਕਰਕੇ ਤੈਨੂੰ ਤੇਰੇ ਮੁਲਕ ਵਾਪਸ ਡਿਪੋਰਟ ਕਰ ਦਿੱਤਾ ਜਾਊਗਾ। ਪਰ ਉਹ 5 ਸਾਲ ਅਗਲੇ ਕੋਲ ਹੁੰਦੇ ਸੀ ਵੀ ਮੈਂ ਆਪਣੀ ਨੈਸ਼ਨੈਲਿਟੀ ਬਚਾਉਣ ਲਈ ਅਪੀਲ ਕਰਾਂ ਜਾਂ ਕਿਸੇ ਸਲਿਸਟਰ ਦੇ ਨਾਲ ਕੰਟੈਕਟ ਕਰਾਂ। ਪਰ ਜਿਹੜਾ ਹੁਣ ਇਹ ਜਿਹੜਾ ਸਾਰਾ ਗੱਲਬਾਤ ਚੱਲ ਰਹੀ ਸਾਰੀ ਵੀ ਉਹ ਜਿਹੜਾ ਨੋਟਿਸ ਦੇਣ ਦਾ ਟਾਈਮ ਸੀ ਉਹ ਅਸੀਂ ਫਿਨਿਸ਼ ਕਰਨਾ, ਬਿੱਲ ਇਹੀ ਹੈ ਜੀ ਕਿ ਹੋਰ ਕੁਝ? ਅੱਛਾ, ਮੈਂ ਥੋੜਾ ਜਿਹਾ ਭਾਜੀ ਕਲੈਰੀਫਾਈ ਕਰ ਦਵਾਂ। ਜਿਹੜੀ ਬ੍ਰਿਟਿਸ਼ ਨੈਸ਼ਨੈਲਿਟੀ ਆ, ਜਿਹੜੀ ਬ੍ਰਿਟਿਸ਼ ਨਾਗਰਿਕਤਾ ਨੈਸ਼ਨੈਲਿਟੀ ਆ, ਉਹ ਇਹ ਕਹਿ ਰਹੇ ਨੇ ਕਿ ਜਿਹੜੇ ਲੋਕੀ ਇਸ ਮੁਲਕ ਦੇ ਪਬਲਿਕ ਵਾਸਤੇ, ਇਸ ਮੁਲਕ ਦੀ ਆਮ ਜਨਤਾ ਦੀ ਸਿਕਿਉਰਿਟੀ ਵਾਸਤੇ ਜਾਂ ਇਸ ਮੁਲਕ ਦੇ ਬੈਸਟ ਇੰਟਰਸਟ ਵਾਸਤੇ ਜਾਂ ਇਸ ਮੁਲਕ ਦੀ ਸਿਕਿਉਰਿਟੀ ਵਾਸਤੇ ਫਾਇਦੇਮੰਦ ਨਹੀਂ ਹਨ, ਤੇ ਅਸੀਂ ਉਹਦੀ ਨੈਸ਼ਨੈਲਿਟੀ ਬਗੈਰ ਦੱਸਿਓ ਵਾਪਸ ਲੈ ਸਕਦੇ ਹਾਂ। ਫਰਕ ਇਹ ਸੀ, ਕਰ ਪਹਿਲੇ ਵੀ ਸਕਦੇ ਸਨ, ਇਸ ਦਾ ਨਾਮ ਹੈ NC-19, ਇਹ ਅਸੀਂ ਐਡ ਕਰ ਰਹੇ ਹਾਂ NC-19, ਠੀਕ ਹੈ। ਪਹਿਲਾਂ ਜਿਹੜਾ ਇਸ ਦਾ ਸੀ ਸੈਕਸ਼ਨ 40(5) ਉਸ ਦੇ ਤਹਿਤ ਹੁੰਦਾ ਸੀ ਕਿ ਇਸ ਮੁਲਕ ਵਿੱਚ ਜਦੋਂ ਵੀ ਕੋਈ ਚੀਜ਼ ਹੁੰਦੀ ਆ ਪਹਿਲੇ ਦੂਜੀ ਪਾਰਟੀ ਨੂੰ ਨੋਟਿਸ ਦੇਣ, ਚੇਤਾਵਨੀ ਦੇਣ, ਇੱਕ ਬੁਲਾਉਂਦੇ ਕਿ ਬਈ ਆ ਤੇਰੇ ਨਾਲ ਅਸੀਂ ਇਹ ਕਾਰਵਾਈ ਕਰਨੇ ਜਾ ਰਹੇ ਹਾਂ। ਇਸ ਵਿੱਚ ਇਹ ਫਰਕ ਹੈ ਜਿਹੜਾ ਇਹ ਬਿੱਲ ਆ ਰਿਹਾ, ਇਸ ਵਿੱਚ ਇਹ ਚੀਜ਼ ਐਡ ਕਰਨਾ ਚਾਹੁੰਦੇ ਨੇ ਕਿ ਅਸੀਂ ਬਗੈਰ ਦੱਸੇ ਲੈ ਸਕਦੇ ਹਾਂ, ਠੀਕ ਆ। ਉਹ ਉਸ ਵਿੱਚ ਬਹੁਤ ਸਾਰੀ ਵਜੂਹਾਤ ਹਨ, ਇਤਨੀ ਵੀ ਯਾਨੀ ਕਿ ਖੌਫ ਹਰਾਸ ਨਹੀਂ ਹੈ ਜਿਤਨੀ ਕਿ ਸੋਸ਼ਲ ਮੀਡੀਆ ਨੇ ਇਹਨੂੰ ਬਣਾ ਦਿੱਤਾ ਹੈ, ਠੀਕ ਆ। ਇਸ ਲਾਅ ਦੇ ਅੰਦਰ ਹਾਲੀ ਤੇ ਬਿੱਲ ਆ, ਪ੍ਰਪੋਜ਼ਲ ਆ, ਹਾਲੀ ਇਹ ਹਾਲੀ ਕਾਨੂੰਨ ਬਣਿਆ ਨਹੀਂ, ਠੀਕ ਆ, ਹਾਲੀ ਕਾਨੂੰਨ ਬਣਿਆ ਨਹੀਂ, ਠੀਕ ਹੈ। ਕਿਉਂਕਿ ਅਗਰ ਇਹ ਇਸੇ ਤਰ੍ਹਾਂ ਨੈਸ਼ਨੈਲਿਟੀਆਂ ਸਟ੍ਰਿਪ ਆਫ ਕਰਨਾ ਸ਼ੁਰੂ ਕਰਨਗੇ, ਜਿਹੜੀ ਬ੍ਰਿਟਿਸ਼ ਨੈਸ਼ਨੈਲਿਟੀਆਂ, ਤੇ ਫਿਰ ਜਿਹੜੇ ਯੂਕੇ ਦੀ ਜਿਹੜੀ ਇੰਟਰਨੈਸ਼ਨਲ ਜਿਹੜੇ ਕਾਨੂੰਨ ਹੈਗੇ ਉਸ ਦੇ ਅੰਦਰ ਜਿਹੜਾ ਇਸ ਦੀ ਰੁਕਨੀਅਤ ਹੈਗੀ ਆ, ਉਸ ਤੇ ਕਾਫੀ ਕੁਐਸਚਨ ਮਾਰਕ ਉਠਣਗੇ, ਕਿਉਂਕਿ ਇਹ ਹਿਊਮਨ ਰਾਈਟਸ ਦਾ ਕੰਟਰੀ ਹੈਗਾ, ਇੱਕ ਕੋਈ ਪੁਲਿਸ ਸਟੇਟ ਜਾਂ ਕੋਈ ਥਰਡ ਵਰਲਡ ਕੰਟਰੀ ਨਹੀਂ ਹੈਗਾ। ਦੂਜੀ ਗੱਲ ਹੈ, ਉਹਨਾਂ ਨਾਲ ਇਹ ਵੀ ਆਖਿਆ ਕਿ ਉਸ ਬੰਦੇ ਨੂੰ ਨੈਸ਼ਨੈਲਿਟੀ ਲੈਣ ਤੋਂ ਪਹਿਲੇ ਮੇਕ ਸ਼ੋਰ ਕਰਨਾ ਉਹ ਸਟੇਟਲੈਸ ਨਾ ਬਣੇ। ਹੁਣ ਲੋਕੀ ਸੋਸ਼ਲ ਮੀਡੀਆ ਤੇ ਇਹ ਤੇ ਗੱਲ ਕਹਿ ਰਹੇ ਨੇ ਸਾਰੇ ਕਿ ਬਈ ਨੈਸ਼ਨੈਲਿਟੀ ਬਗੈਰ ਦੱਸਿਓ ਲਿੱਤੀ ਜਾ ਸਕਦੀ ਆ, ਠੀਕ ਹੈ। ਨਾਲ ਇਹ ਨਹੀਂ ਦੱਸ ਰਹੇ ਕਿ ਉਹ ਬੰਦਾ ਅਗਰ ਸਟੇਟਲੈਸ ਹੁੰਦਾ ਹੈ ਤੇ ਬ੍ਰਿਟਿਸ਼ ਗਵਰਨਮੈਂਟ ਸੋਚੇਗੀ ਕਿ ਇਹਨੂੰ ਨੈਸ਼ਨੈਲਿਟੀ ਲੈਣੀ ਆ ਜਾਂ ਨਹੀਂ ਲੈਣੀ ਆ, ਤੇ ਕਾਨੂੰਨ ਸ਼ਾਇਦ ਸੋਸ਼ਲ ਮੀਡੀਆ ਤੇ ਕਿਉਂਕਿ ਇੱਕ ਆਮ ਬੰਦਾ ਦੱਸਦਾ ਹੈ ਤੇ ਉਹ ਸ਼ਾਇਦ ਕਾਨੂੰਨ ਦੀ ਬਾਰੀਕੀਆਂ ਨਹੀਂ ਦੱਸਦਾ ਕਿ ਇਸ ਦੇ ਨਾਲ ਇਫਸ ਐਂਡ ਬਟਸ ਵੀ ਹੁੰਦੇ, ਬਾਕੀ ਗੱਲਾਂ ਵੀ ਹੁੰਦੀਆਂ, ਤੇ ਇਹ ਥੋੜਾ ਜਿਹਾ ਲੋਕਾਂ ਦੇ ਦਿਲਾਂ 'ਚ ਥੋੜਾ ਜਿਹਾ ਇਹ ਡਾਊਟਸ ਜਾਂ ਇਹ ਜਿਹੜਾ ਸ਼ੱਕ ਜਾਂ ਅਨਸਰਟੇਨਟੀ ਪੈ ਗਈ ਆ ਕਿ ਲੈ ਸਕਣਾ ਇਤਨਾ ਆਸਾਨ ਨਹੀਂ ਹੈਗਾ, ਠੀਕ ਹੈ। देयर हैज टू बी वेरी गुड रीजन, ਆਪਾਂ ਦੀ ਬਹੁਤ ਸਟਰੋਂਗ ਵਜੂਹਾਤ ਹੋਣੀ ਚਾਹੀਦੀ ਆ, ਠੀਕ ਆ। ਤੇ ਇਹ ਥੋੜਾ ਜਿਹਾ ਕਲੈਰੀਫਾਈ ਆਪਾਂ ਕਰਦੇ ਚੱਲੀਏ। ਬਿਲਕੁਲ ਜੀ, ਇਹ ਤੁਸੀਂ ਗੱਲ ਕੀਤੀ ਕਿ ਜਦੋਂ ਚਲੋ ਹਜੇ ਬਿੱਲ ਹਜੇ ਤੱਕ ਪਾਰਲੀਮੈਂਟ ਦੇ ਵਿੱਚ ਆਇਆ, ਉਸ ਉੱਤੇ ਆਰਗੂਮੈਂਟ ਹੋ ਗਈ, ਫਿਰ ਬਿੱਲ ਪਾਸ ਹੁੰਦਾ ਜਾਂ ਅੱਗੇ ਜਾਂਦਾ, ਉਹ ਬਾਅਦ ਦੀਆਂ ਗੱਲਾਂ ਜੀ। ਹਾਂਜੀ, ਪਰ ਜਿਵੇਂ ਕਿ ਤੁਸੀਂ ਨਾਲ ਇਹਦੇ ਨਾਲ ਇੱਕ ਗੱਲ ਜੋੜ ਦਿੱਤੀ ਕਿ ਹਿਊਮਨ ਰਾਈਟਸ ਕੰਟਰੀ ਆ। ਹਾਂਜੀ, ਹੁਣ ਹਿਊਮਨ ਰਾਈਟਸ ਤਾਂ ਜਿੱਥੇ ਇੰਨਾ ਵੀ ਆਪਾਂ ਦੇਖ ਸਕਦੇ ਪਿਛਲੇ ਦਿਨਾਂ ਦੇ ਵਿੱਚ ਜਾਂ ਕਹਿ ਲਓ ਪਿਛਲੇ ਵੀਕਾਂ ਦੇ ਵਿੱਚ ਸਮੁੰਦਰ ਦੇ ਰਾਹੀਂ, ਪਾਣੀ ਦੇ ਰਾਹੀਂ ਕਿੰਨੇ ਇਲੀਗਲ ਇਮੀਗ੍ਰੈਂਟ ਆ ਰਿਹਾ, ਤੇ ਉਹ ਤਾਂ ਸਮਾਂ ਜਦੋਂ ਇਹਨਾਂ ਨੂੰ ਦੱਸ ਪੈਂਦਾ ਕਿ ਇਹ ਬਜਾਏ ਜੇ ਉੱਦਾਂ ਦੀ ਕੰਟਰੀ ਹੋਵੇ ਤਾਂ ਉਹ ਜਾਂ ਉੱਥੋਂ ਪਿੱਛੇ ਮੋੜ ਦੇਣ, ਪਰ ਇਹ ਹਿਊਮਨ ਰਾਈਟਸ ਹੀ ਆ ਇਹਨਾਂ ਦੇ, ਕਿਉਂਕਿ ਉਹਨੂੰ ਜਿੱਥੋਂ ਦੇਖ ਲੈਂਦੇ ਉਹ ਤਾਂ ਸੇਫਲੀ ਲੈ ਕੇ ਆਉਂਦੇ ਕਿ ਕਿਸੇ ਦੀ ਜਾਨ ਨਾ ਚਲ ਜਾਵੇ ਪਾਣੀ ਜਿਹਦੇ ਵਿੱਚ। ਭਾਜੀ ਬੜਾ ਤੁਸਾਂ ਇੱਕ ਨਾਜ਼ੁਕ ਮੁੱਦਾ ਛੇੜਿਆ, ਬੜਾ ਮੁੱਦਾ ਤੁਸਾਂ ਉਹ ਛੇੜਿਆ ਜਿਸ ਤੇ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਗੱਲ ਕਰ ਰਹੇ ਸਾਂ। ਹਾਂਜੀ, ਅਗਰ ਇਸ ਚੀਜ਼ ਨੂੰ ਐਮਨੈਸਟੀ ਦੇ ਨਾਲ ਜੋੜਾ ਜਾਵੇ ਤੇ ਗਲਤ ਨਹੀਂ ਹੋਊਗਾ, ਠੀਕ ਹੈ। ਹੁਣ ਹੋਇਆ ਕਿ ਇਹ 3-4 ਦਿਨ ਪਹਿਲੇ 27 ਬੰਦੇ ਇੰਗਲਿਸ਼ ਚੈਨਲ ਚੋਂ ਕ੍ਰਾਸ ਕਰਕੇ ਆ ਰਹੇ ਸਨ, ਫਰਾਂਸ ਦੇ ਰਸਤੇ ਡੁੱਬ ਕੇ ਮਰ ਗਏ। ਅੱਛਾ ਜੀ, ਠੀਕ ਆ, ਉਹ ਡੁੱਬ ਗਏ, ਠੀਕ ਹੈ। ਓਬਵੀਅਸਲੀ ਇਨਸਾਨੀ ਜਾਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਬੜਾ ਦੁੱਖ ਵਾਲੀ ਗੱਲ ਹੈ। ਮਰਦੇ ਖੈਰ ਜ਼ਿਆਦਾ ਹੋਣਗੇ ਲੇਕਿਨ ਰਿਪੋਰਟਡ ਇਤਨੇ ਹੋਏ ਨੇ, ਕਿਉਂਕਿ ਜਿਹੜੇ ਬੰਦੇ ਛੁਪ ਕੇ ਆਉਂਦੇ ਨੇ ਬਗੈਰ ਕਿਸੇ ਦੱਸੇ ਬਗੈਰ ਆਉਂਦੇ ਨੇ, ਪਤਾ ਨਹੀਂ ਕਿਤਨੇ ਆਉਂਦੇ ਨੇ, ਇਹ ਤੇ ਉਹ ਬੰਦੇ ਨੇ ਜਿਹੜੇ ਸਾਹਮਣੇ ਮੀਡੀਆ 'ਚ ਆਉਂਦੇ ਨੇ, ਠੀਕ ਆ। ਹੁਣ ਹੋ ਗਿਆ ਰਿਹਾ ਇਹ ਤੁਸੀਂ ਦੇਖੋ, ਇੱਕ ਤਰਫ ਫਰਾਂਸ ਹੈਗਾ, ਇੱਕ ਤਰਫ
ਇੰਗਲੈਂਡ ਹੈਗਾ, ਬ੍ਰਿਟੇਨ ਹੈਗਾ। ਹਾਂਜੀ ਹਾਂਜੀ। ਜਿਹੜੇ ਫ੍ਰੈਂਚ ਵਾਟਰ ਤੋਂ ਚੱਲਦੇ ਨੇ ਬੰਦੇ, ਜਿਹੜੇ ਛੋਟੀ ਛੋਟੀ ਬੋਟਾਂ ਲੈ ਕੇ ਜਾਂ ਜਿਹਨੂੰ ਅਸੀਂ ਕਹਿੰਦੇ ਡੰਕੀ ਲਾ ਕੇ ਆਉਣਾ, ਉਹ ਆਉਂਦੇ ਨੇ। ਜਦੋਂ ਇੰਗਲਿਸ਼ ਚੈਨਲ ਦੇ ਅੰਦਰ ਵੜਦੇ ਨੇ, ਇੰਗਲਿਸ਼ ਪਾਣੀ ਦੇ ਅੰਦਰ ਵੜਦੇ ਨੇ, ਤੇ ਫਰਾਂਸ ਗਵਰਨਮੈਂਟ ਕਹਿੰਦੀ ਹੈ ਇਹ ਸਾਡੀ ਜ਼ਿੰਮੇਵਾਰੀ ਨਹੀਂ। ਹਾਂਜੀ। ਉਹ ਉਹਨਾਂ ਨੂੰ ਟਿਕ ਦਿੰਦੇ ਨੇ, ਜਿਹੜੇ ਕੋਸਟਲ ਗਾਰਡ ਹੈਗੇ ਇਹਨਾਂ ਦੇ ਫਰਾਂਸ ਦੇ, ਉਹ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਨਹੀਂ, ਯੂਕੇ ਗਵਰਨਮੈਂਟ ਦੀ ਆ। ਠੀਕ ਹੈ ਜੀ। ਯੂਕੇ ਗਵਰਨਮੈਂਟ ਕਹਿੰਦੀ ਹੈ ਜੀ ਅਸੀਂ ਤੁਹਾਨੂੰ ਜਾਂ ਵਾਪਸ ਭੇਜੀਏ, ਠੀਕ ਹੈ, ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਸਾਡੀ ਜ਼ਿੰਮੇਵਾਰੀ ਨਹੀਂ। ਹਾਂਜੀ। ਠੀਕ ਆ। ਫਿਰ ਯੂਕੇ ਗਵਰਨਮੈਂਟ ਜਦੋਂ ਫ੍ਰੈਂਚ ਗਵਰਨਮੈਂਟ, ਇਹ ਯੂਕੇ ਗਵਰਨਮੈਂਟ ਕਹਿੰਦੀ ਹੈ ਕਿ ਫ੍ਰੈਂਚ ਗਵਰਨਮੈਂਟ ਤਾਵਨ ਨਹੀਂ ਕਰਦੀ ਸਾਡੇ ਨਾਲ, ਤੇ ਸਾਨੂੰ ਮਜਬੂਰੀ ਤੌਰ ਤੇ ਉਹਨਾਂ ਨੂੰ ਮਹਿਮਾਨ ਬਣਾ ਕੇ ਆਉਣਾ ਪੈਂਦਾ ਯੂਕੇ ਦੇ ਅੰਦਰ, ਕਿਉਂਕਿ ਮਾਰ ਸਕਦੇ ਨਹੀਂ। ਹਾਂਜੀ ਹਾਂਜੀ। ਗ੍ਰੀਕ ਜਿਹੜਾ ਵਾਈਟ ਕੰਟਰੀ ਆ, ਵਾਈਟ ਤੇ ਨਹੀਂ ਕੰਟਰੀ, ਗ੍ਰੀਕ ਵਾਲੇ ਜਿਹੜੇ ਕਰਦੇ ਨੇ, ਜਦੋਂ ਉਹਨਾਂ ਦੇ ਕੋਈ ਪਾਣੀ ਵੜਦਾ ਤੇ ਉਹ ਉਹਨਾਂ ਨੂੰ ਪੱਥਰ ਮਾਰ ਕੇ ਜਾਂ ਰਬੜ ਬੁਲਟ ਮਾਰ ਕੇ ਜਾਂ ਉਹਨਾਂ ਨੂੰ ਵਾਪਸ ਭੇਜ ਦੇਣ। ਲੇਕਿਨ ਇੰਗਲੈਂਡ ਗਵਰਨਮੈਂਟ ਨਹੀਂ ਕਹਿੰਦੀ, ਇਸ ਤਰ੍ਹਾਂ ਕਹਿੰਦੇ ਨੇ ਪੁਸ਼ ਅਪ ਟੈਕਨੀਕ। ਆਸਟ੍ਰੇਲੀਆ ਵਾਲੇ ਵੀ ਟੈਕਨੀਕ ਯੂਜ਼ ਕਰਦੇ ਜਦੋਂ ਉਹਨਾਂ ਦੇ ਸਮੁੰਦਰ ਵਿੱਚ ਕੋਈ ਉਹਨਾਂ ਦੇ ਪਾਣੀਆਂ 'ਚ ਕੋਈ ਵੜਦਾ। ਲੇਕਿਨ ਯੂਕੇ ਗਵਰਨਮੈਂਟ, ਤੁਸੀਂ ਗੱਲ ਛੇੜੀ ਹੈ, ਹਿਊਮਨ ਰਾਈਟਸ ਵਾਲਾ ਕੰਟਰੀ ਹੈ, ਓਬਵੀਅਸਲੀ ਹੈਗਾ, ਇਹ ਨਹੀਂ ਕਰਦੇ। ਹੁਣ ਕੀ ਹੋ ਰਿਹਾ ਕਿ ਯੂਕੇ ਗਵਰਨਮੈਂਟ ਮਿਲੀਅਨ ਆਫ ਪਾਉਂਡ ਫੰਡਿੰਗ ਦੇ ਰਹੀ ਹੈ ਫ੍ਰੈਂਚ ਗਵਰਨਮੈਂਟ ਨੂੰ। ਫ੍ਰੈਂਚ ਗਵਰਨਮੈਂਟ ਯੂਕੇ ਗਵਰਨਮੈਂਟ ਨਾਲ, ਜੋ ਉਹਨਾਂ ਦਾ ਪ੍ਰੈਜ਼ੀਡੈਂਟ ਮੈਕਰੋਨ ਆ ਔਰ ਯੂਕੇ ਦਾ ਬੋਰਿਸ ਜੌਨਸਨ, ਪ੍ਰੀਤੀ ਪਟੇਲ, ਇਹ ਮਿਲ ਕੇ ਹੁਣ ਕਹਿ ਰਹੇ ਨੇ ਕਿ ਸਾਨੂੰ ਇਸ ਮੁਤਲਕ ਕੋਈ ਸੋਚਣਾ ਪਊਗਾ। ਜਦੋਂ ਆਪਾਂ ਦਾ ਬ੍ਰੈਕਸਿਟ ਹੋਇਆ ਸੀ, ਮੇਨ ਮੁੱਦਾ ਬ੍ਰੈਕਸਿਟ ਵਿੱਚ ਇਹੀ ਸੀ ਕਿ ਆਪਣੇ ਬਾਰਡਰ ਦਾ ਕੰਟਰੋਲ ਲਿੱਤਾ ਜਾਵੇ। ਠੀਕ ਹੈ, ਆਬਵੀਅਸਲੀ ਮੇਕ ਸੈਂਸ ਐਸ ਵੈਲ। ਤੁਸੀਂ ਦਾ ਘਰ ਹੈਗਾ ਤੇ ਦਰਵਾਜ਼ੇ ਤੇ ਕੋਈ ਵੜ ਆਵੇ, ਕੋਈ ਵੀ ਨਿਕਲ ਜਾਵੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਯੂਕੇ ਗਵਰਨਮੈਂਟ ਤੇ ਪ੍ਰੈਸ਼ਰ ਪੈ ਰਿਹਾ, ਹੋਮ ਆਫਿਸ ਤੇ ਪ੍ਰੈਸ਼ਰ ਪੈ ਰਿਹਾ, ਪ੍ਰੀਤੀ ਪਟੇਲ ਵੀ ਕਾਫੀ ਜ਼ੋਰ ਪਾ ਰਹੀ, ਬਲਕਿ ਤੁਸੀਂ ਦੇ ਇੱਕ ਬਰਮਿੰਗਮ ਦੀ MP ਹੈ, ਉਹਨੇ ਫ੍ਰੈਂਚ ਜਿਹੜਾ ਪ੍ਰੈਜ਼ੀਡੈਂਟ ਹੈ ਮੈਕਰੋਨ, ਉਹਨੂੰ ਇੱਕ ਚਿੱਠੀ ਵੀ ਪਾਈ, ਜਿਸ ਵਿੱਚ ਉਹਨੇ ਕਲੀਅਰਲੀ ਲਿਖਾ ਕਿ ਸਾਨੂੰ ਇਸ ਇਨਸਾਨਾਂ ਦੇ ਇਸ ਤਰ੍ਹਾਂ ਦੇ ਮਰਨੇ ਨਾਲ ਬੜਾ ਦੁੱਖ ਹੈਗਾ, ਤੇ ਪਲੀਜ਼ ਤੁਸੀਂ ਇਸ ਸਿਲਸਿਲੇ 'ਚ ਕੋਈ ਸਰਦ ਇੰਟੈਲੀਜੈਂਸ ਸ਼ੇਅਰਿੰਗ ਕਰੋ। ਤੁਸੀਂ ਜਿਹੜੇ ਉਸ ਜਿਹੜਾ ਫ੍ਰੈਂਚ ਔਰ ਡੋਵਰ ਤੇ ਜਾਂ ਉੱਥੇ ਕਹਿ ਲਏ ਬਾਰਡਰ ਤੇ, ਉੱਥੇ ਮਜ਼ੀਦ ਸੈਂਸਰ ਲਾਓ। ਜਿਹੜਾ ਪੈਟਰੋਲਿੰਗ ਹੈ ਉੱਥੇ ਮੇਰੇ ਖਿਆਲ 186 ਮਾਈਲ ਲੰਬੀ ਬਾਰਡਰ ਹੈਗਾ। ਠੀਕ ਹੈ, ਤੇ ਉੱਥੇ ਦਾ ਜਿਹੜਾ MP ਹੈਗਾ ਉਹ ਕਹਿੰਦੇ ਨੇ ਕਿ 186 ਮੀਲ ਲੰਬੀ ਬਾਰਡਰ ਤੇ 24 ਘੰਟੇ ਪਹਿਰਾਦਾਰੀ ਕਰਨੀ ਪੁਲਿਸ ਵਾਸਤੇ ਬਹੁਤ ਮੁਸ਼ਕਲ ਲੱਗੀ ਆ। ਠੀਕ ਹੈ ਨਾ, ਇਟਸ ਵੈਰੀ ਡਿਫਿਕਲਟ। ਤੇ ਜਦੋਂ ਤੱਕ ਅਸੀਂ ਕੋਈ ਬਹੁਤ ਸਟਰੋਂਗ ਸਿਸਟਮ ਨਾ ਬਣਾਈਏ, ਇਟ ਓਨਲੀ ਟੇਕ 10 ਮਿੰਟ ਕਿ ਇੱਕ ਛੋਟੀ ਜਿਹੀ ਕਸ਼ਤੀ 20 40 50 ਬੰਦੇ ਵੜ ਜਾਵਣ, ਕਿਉਂਕਿ ਇਤਨੇ 150 200 ਮੀਲ ਬਾਰਡਰ ਤੇ ਕਿਸ ਨਾਲ ਆਟਮ ਸਿਕਿਉਰਿਟੀ ਹੋ ਸਕਦੀ ਆ, ਉਹ ਵੀ ਇਸ ਐਕਸਟ੍ਰੀਮ ਵੈਦਰ ਵਿੱਚ। ਠੀਕ ਹੈ ਨਾ, ਕਿਉਂਕਿ ਇਹ ਲੋਕੀ ਆਟਮ ਪਹਿਰਾਦਾਰੀ ਜਾਂ ਚੌਕੀਦਾਰੀ ਨਹੀਂ ਦੇ ਸਕਦੇ। ਹੁਣ ਇਹਨਾਂ ਕੰਟਰੀਆਂ ਨੇ ਇਹ ਕਾਫੀ ਸਜ਼ਾਵਾਂ ਪ੍ਰੀਤੀ ਪਟੇਲ ਦੇ ਨਵੇਂ ਬਿੱਲ 'ਚ ਇਹ ਵੀ ਹੈਗਾ, ਕਿਉਂਕਿ ਜਿਹੜੇ ਹਿਊਮਨ ਸਮਗਲਿੰਗ ਜਾਂ ਹਿਊਮਨ ਟ੍ਰੈਫਿਕਿੰਗ ਹੋ ਰਹੀ ਆ, ਇਹਨਾਂ ਵਾਸਤੇ ਸਖਤ ਸਜ਼ਾਵਾਂ ਦਾ ਐਲਾਨ ਕੀਤਾ ਜਾ ਰਿਹਾ, ਕਿਉਂਕਿ ਆਮ ਬੰਦੇ ਨੂੰ ਜਿਹੜਾ ਡੰਕੀ ਲਾ ਕੇ ਆਂਦਾ ਉਹਨੂੰ ਤਾਂ ਰਸਤਿਆਂ ਦਾ ਪਤਾ ਨਹੀਂ ਹੁੰਦਾ, ਉਹਨੂੰ ਕੀ ਪਤਾ ਲੱਗਿਆ। ਇਹ ਜਿਹੜੇ ਇਹਦੇ ਪਿੱਛੇ ਹਿਊਮਨ ਸਮਗਲਰ ਹੈਗੇ, ਉਹਨਾਂ ਨੂੰ ਸਾਰੇ ਰਸਤੇ ਜਾਂ ਚੋਰ ਰਸਤੇ ਪਤਾ ਹੈਗੇ, ਤੇ ਇਹ ਹੁਣ ਉਹਨਾਂ ਦੇ ਪਿੱਛੇ ਮਗਰ ਪਏ ਕਿ ਅਸੀਂ ਇਹਨਾਂ ਲੋਕਾਂ ਨੂੰ ਕੀ ਕਹਿੰਦੇ ਨੇ ਕਿ ਇਹਨਾਂ ਜਿਹੜੇ ਆਰਗੇਨਾਈਜ਼ ਗੈਂਗ ਹਨ, ਇਹਨਾਂ ਨੂੰ ਕੰਟਰੋਲ ਕਰੀਏ। ਦੂਜੀ ਗੱਲ ਕੀ ਹੋਈ ਆ ਕਿ ਇਸ ਸਾਲ ਜਾਂ ਬ੍ਰੈਕਸਿਟ ਤੋਂ ਬਾਅਦ ਇਹ ਜਿਹੜੇ ਡੰਕੀ ਜਾਂ ਇਸ ਤਰ੍ਹਾਂ ਜਿਹੜੇ ਇਲੀਗਲ ਤਰੀਕੇ ਨਾਲ ਇੰਗਲਿਸ਼ ਚੈਨਲ ਕ੍ਰਾਸਿੰਗ ਆ, ਇਹ ਇੱਕਦਮ ਵੱਧ ਗਈ ਆ। ਉਸਦੀ ਵਜ੍ਹਾ ਇਹ ਹੋਈ ਆ ਕਿ ਜਦੋਂ ਬ੍ਰੈਕਸਿਟ ਤੋਂ ਬਾਅਦ ਹੁਣ ਯੂਰਪ ਦਾ ਤੇ ਬਰਤਾਨੀਆ ਦੀ ਗਵਰਨਮੈਂਟ ਦਾ ਮੁਆਹਦਾ ਖਤਮ ਹੋ ਗਿਆ। ਠੀਕ ਆ, ਕਿ ਜਿਹੜੇ ਲੋਕੀ ਯੂਰਪੀਅਨ ਕੰਟਰੀ ਤੋਂ ਇੱਥੇ ਆਵਣਗੇ, ਅਗਰ ਉਹ ਅਸਾਈਲਮ ਕਲੇਮ ਕਰਦੇ ਨੇ, ਇਹਨਾਂ ਨੂੰ ਵਾਪਸ ਵੀ ਨਹੀਂ ਭੇਜ ਸਕਦੇ। ਠੀਕ ਹੈ, ਇਸ ਤੋਂ ਪਹਿਲੇ ਡਬਲਿਨ ਕਨਵੈਨਸ਼ਨ ਹੁੰਦੀ ਸੀ ਕਿ ਜਿਹੜਾ ਬੰਦਾ ਯੂਰਪੀਅਨ ਕੰਟਰੀ ਤੋਂ ਫਿਰ ਕੇ UK 'ਚ ਆਊਗਾ, ਅਗਰ ਉਹਨੇ ਉਹਦਾ ਰਿਕਾਰਡ ਉੱਥੇ ਹੋਗਾ, ਤੇ ਫਿਰ ਇਹ ਯੂਰਪੀਅਨ ਸਟੇਟ ਵਾਪਸ ਉਸੇ ਪਿਛਲੀ ਵਾਲੀ ਯੂਰਪੀਅਨ ਸਟੇਟ ਵਿੱਚ ਭੇਜੂਗੀ। ਹੁਣ ਉਹ ਮਾਮਲਾ ਵੀ ਖਤਮ ਹੋ ਗਿਆ, ਤੇ ਹੁਣ ਇੱਕ ਫਿਗਰ ਦੇ ਮੁਤਾਬਿਕ ਜਿਹੜਾ ਮਿਨਿਸਟਰ ਟੌਮ ਇਮੀਗ੍ਰੇਸ਼ਨ ਦਾ ਦੱਸ ਰਿਹਾ ਸੀ ਕਿ ਇਸ ਸਾਲ ਸੇ 6 ਬੰਦਿਆਂ ਨੂੰ ਵਾਪਸ ਭੇਜਿਆ, ਯਾਨੀ ਕਿ 6 ਬੰਦੇ ਕੁਝ ਵੀ ਨਹੀਂ। ਔਰ ਆਲਮੋਸਟ 45,000 ਲੋਕਾਂ ਨੇ ਸਾਲ ਜਦੋਂ ਤੱਕ ਮੇਰੀ ਰਿਸਰਚ ਤੇ ਸਾਲਮ ਕੀਤਾ, ਉਸ ਵਿੱਚ 6 ਬੰਦੇ ਵਾਪਸ ਗਏ, ਜੋ ਕਿ ਕੁਝ ਵੀ ਨਹੀਂ ਹੈਗੀ। ਕਹਿਣ ਦਾ ਮਤਲਬ ਹੈ ਇਹ ਜਿਹੜੇ ਲੋਕੀ ਇਸ ਤਰ੍ਹਾਂ ਡੰਕੀਆਂ ਲਾ ਕੇ ਆਂਦੇ ਜਾਂ ਇੰਗਲਿਸ਼ ਚੈਨਲ ਕ੍ਰਾਸ ਕਰਦੇ, ਇੱਥੇ ਇਸ ਟਾਈਮ ਮਛਲੀ ਮੰਡੀ ਬਣੀ ਪਈ ਆ, ਕੁਝ ਸਮਝ ਨਹੀਂ ਲੱਗ ਰਹੀ ਕਿ ਕਿਸ ਕੋਲ ਕਿਹੜੀ ਅਖਤਿਆਰ ਹੈਗਾ। ਠੀਕ ਆ, ਤੇ ਇਹ ਹੁਣ ਦੋਨੋਂ ਗਵਰਨਮੈਂਟ ਆਪਸ ਵਿੱਚ ਸਿਰ ਜੋੜ ਕੇ, ਔਰ ਖਾਸ ਕਰ UK ਗਵਰਨਮੈਂਟ ਕਾਫੀ ਹੁਣ ਕੰਸਰਨ ਆ ਕਿ ਆਪਾਂ ਇਸ ਤਰ੍ਹਾਂ ਦੇ ਰੋਕੀਏ। ਲੇਕਿਨ ਇਸ ਦੇ ਨਾਲ ਸੋਰੀ ਮੈਂ ਗੱਲ ਕਰ ਰਿਹਾ, ਸਾਡੀ ਜਿਹੜੀ ਐਮਨੈਸਟੀ ਦੀ ਜਿਹੜੀ ਇੱਕ ਤਹਿਰੀਕ ਹੈ, ਜਿਹੜੀ ਸਾਡਾ ਮੁੱਦਾ ਜਾਂ ਅਰਦਾਸ ਸੀ, ਅਸੀਂ ਉਸ ਇਹੀ ਆਖਿਆ ਸੀ ਕਿ ਅਸੀਂ ਜਿਹੜੇ ਇਸ ਤਰ੍ਹਾਂ ਇਲੀਗਲ ਤਰੀਕੇ ਨਾਲ ਆਉਂਦੇ ਨੇ, ਅਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਾਂਗੇ। ਸਾਡੀ ਜਿਹੜੀ ਉਹ ਤਹਿਰੀਕ ਸੀ, ਅਸੀਂ ਇਹ ਆਖਿਆ ਸੀ ਕਿ ਜਿਹੜੇ ਲੋਕੀ ਵੀਜ਼ਾ ਲੈ ਕੇ ਆਏ ਸਨ, ਔਰ ਜਿਹੜੇ ਲੋਕੀ ਵੀਜ਼ਾ ਲੈ ਕੇ ਇਸ ਸਿਸਟਮ ਦੀ ਵਜ੍ਹਾ ਤੋਂ ਵੀਜ਼ਾ ਤੋਂ ਬਾਹਰ ਚਲੇ ਗਏ, ਇਲੀਗਲ ਹੋ ਗਏ, ਆਪਾਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ। ਬਿਲਕੁਲ, ਜਿਹੜਾ ਪ੍ਰੋਪਰ ਵੇ ਆਇਆ, ਕਿਸੇ ਵੀ ਵੀਜ਼ੇ ਦਾ ਇੱਕ ਪ੍ਰੋਪਰ ਕਲੀਅਰੈਂਸ ਲੈ ਕੇ ਆਇਆ, ਜਿਹੜਾ ਉਹਦੀ ਐਮਨੈਸਟੀ ਉਹਦੇ ਵਾਸਤੇ ਹੈ ਜੀ। ਹਾਂਜੀ, ਉਹਨਾਂ ਵਾਸਤੇ ਰੱਖੋ ਜਿਨ੍ਹਾਂ ਨੂੰ ਇੱਕ ਨੰਬਰ ਆਫ ਈਅਰ 5 ਜਾਂ 10 ਸਾਲ ਇੱਕ ਮੁਨਾਸਬ ਟਾਈਮ ਹੋਗਾ ਇਸ ਕੰਟਰੀ ਜਿਨ੍ਹਾਂ ਬਿਤਾ ਲਏ, ਉਹਨੇ
ਇੱਕ ਜ਼ਿੰਦਗੀ ਆਲਮੋਸਟ ਬਣਾ ਲੈਂਦੇ ਨੇ। ਹਾਂਜੀ। ਤੇ ਸਾਡੀ ਜਿਹੜੀ ਇਹ ਕੋਸ਼ਿਸ਼ ਸੀ ਉਸ ਵਾਸਤੇ, ਹੁਣ ਬਹੁਤ ਸਾਰੇ ਲੋਕੀ ਕਹਿੰਦੇ ਐਮਨੈਸਟੀ ਦੀ ਜਿਹੜੀ 19 ਜੁਲਾਈ ਨੂੰ ਤਹਿਰੀਕ ਪਾਰਲੀਮੈਂਟ ਨੇ ਮਨਜ਼ੂਰ ਕੀਤੀ ਹੈ, ਉਸ ਤੋਂ ਬਾਅਦ ਉਸ ਦਾ ਫਿਊਚਰ ਕੀ ਹੈਗਾ। ਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਹੁਣ ਇੰਗਲਿਸ਼ ਚੈਨਲ ਤੋਂ ਇਤਨੇ ਲੋਕੀ ਗਲਤ ਤਰੀਕੇ ਨਾਲ ਆ ਰਹੇ ਨੇ। यूके गवर्नमेंट अगर ब्लैंकेट एमनेस्टी दूगी तो ये जड़े लोकी जड़े एक साल इतने ज़्यादा 50,000 होना इस साल आए, जो कि पिछले कई साल बहुत ज़्यादा एक 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 फिगर हैगा, ये तो लोकी फिर हो आवांगे फिर हल्लाशेरी मिल सकती है। तो असी ताई कहते हैं कि जड़े इस तरह डंकियां ला के आते उन्होंने सपोर्ट ना किया जाए। जेडे ऑलरेडी वीज़ा लैके आए जिस स्टूडेंट हैं या जेडे शादी करके आए वल जो भी तरीकेकार ना लोग प्रॉपर वीज़ा लैके आए विजिट ते आए उन्होंने ये एमनेस्टी का दरवाजा या बूआ खोला जाए, ठीक है, ताकि हल्लाशेरी ना मिले, ताकि लोग इंग्लिश चैनल तो क्रॉस करके ना आवन। तो हुण फिर लोग दूजी गल कहते कि इस जो 19 जुलाई तो बाद उस तहरीक का की होया, ठीक है, इससे मैं थोड़ा जा अज दसदा चला तुहां दे प्रोग्राम के थ्रू। गवर्नमेंट अपनी जड़ियां इमीग्रेशन का क्राइसिस पै रहा, उसी सब तो बड़ा क्राइसिस इस टाइम पै रहा लेबर शॉर्टेज का। बिल्कुल जी, हाँ जी। असां पिछले प्रोग्राम में आखिया सी ट्रक ड्राइवर तो लैके लॉरी ड्राइवर तो लैके सीजनल वर्कर तो लैके बहुत सारा टैक्नीकल सपोर्टिव स्टाफ नहीं आ रहा। हुण ये दोबारा कह रहे हैं कि असीं रातों रात बहुत सारिया इन्हें इमीग्रेशन की पॉलिसियां चेंज भी कीतियां, ठीक है, ताकि क्रिसमस खराब ना होवे या होर जो टैक्नीकल शोबे के बंदे पूरे किए जावन। ये सिस्टम में ओवरऑल चेंज कर रहे हैं ताकि इस मुल्क की जी लेबर शॉर्टेज आ जो यूरोप तो लोग ब्रैक्सिट तो बाद नहीं आए ये पूरी की जाए, ठीक है। तो साडा कहना ये सी कि एमनेस्टी के थ्रू जी 19 जुलाई की हुई है इस लेबर की शॉर्टेज उधरों पूरी करो। इस एक मिसाल मैं ये भी दवा 70,000 साइलम सीकर हैं जिन्होंने राइट टू वर्क नहीं है इस टाइम, जो गवर्नमेंट ने बल्कि कोर्ट ने यूके की कोर्ट ने आखा कि उन्होंने जिन्होंने साइलम 1 साल तो होम ऑफिस के नाल लगे तुसीं उन्होंने राइट टू वर्क दे दो, ताकि शायद उस तरह साड़ी जी लेबर की थोड़ी जी शॉर्टेज पूरी हो जाए, ठीक है। तो इसी दे पैरेलल असी अगर आर्गूमेंट करिए कि जेडे दूजे लोग ही अगे इत्थे जेडे 1.5 मिलियन अंदाजे के मुताबिक अगे उन्होंने को भी बहुत सारी स्किल लगी आ, ठीक है, जो टैक्स उस तरह नहीं भरते तो उन्होंने भी तुसी इस सिस्टम का या इमीग्रेशन का हिस्सा बढ़ाओ ताकि वो भी ਜਿਹੜੀ ਲੇਬਰ ਦੀ ਸ਼ਾਰਟੇਜ ਪੂਰੀ ਕਰ ਸਕਦੇ ਨੇ। ਹਾਂਜੀ ਬਿਲਕੁਲ। ਇੱਥੇ ਜਵੇਦ ਜੀ ਇੱਕ ਹੋਰ ਕੁਐਸਚਨ ਹੁਣੇ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀ, ਜਿਵੇਂ ਕਿ ਬ੍ਰੈਕਜ਼ਿਟ ਤੋਂ ਪਹਿਲਾਂ ਸੀ ਜੀ ਕੋਈ ਯੂਰਪ ਤੋਂ ਮੰਨ ਲਓ 30 ਪਾਉਂਡ ਦੀ ਟਿਕਟ ਲੈ ਕੇ ਆ ਗਿਆ, ਅੱਬਲ ਤਾਂ 10-10 ਪਾਉਂਡ ਦੀਆਂ ਵੀ ਟਿਕਟਾਂ ਮਿਲ ਜਾਂਦੀਆਂ ਸੀ, ਇੱਧਰ ਆ ਕੇ ਤਾਂ ਉਹ ਇੱਥੇ ਕਿਸੇ ਯੂਰਪ ਦੀ ਕਿਸੇ ਵੀ ਕੰਟਰੀ 'ਚੋਂ ਆ ਕੇ ਤਾਂ ਇੱਥੇ ਉਹ ਕੰਮ ਕਰ ਜਾਂਦੇ ਸੀ। ਤੇ ਜਿਹੜਾ ਕਿ ਹੁਣ ਬ੍ਰੈਕਜ਼ਿਟ ਹੋ ਗਿਆ ਚਲੋ ਸੈਪਰੇਟ ਹੋ ਗਿਆ, ਪਰ ਹੁਣ ਵੀ ਜੇਕਰ ਯੂਰਪ ਤੋਂ ਇੱਥੇ ਆਊਗਾ ਕੋਈ, ਚਾਹੇ ਜਿਹਦੇ ਕੋਲ ਮੰਨ ਲਓ ਇਟਾਲੀਅਨ ਪਾਸਪੋਰਟ ਹੈ, ਚਾਹੇ ਇੰਡੀਅਨ ਹੋਵੇ ਪਾਕਿਸਤਾਨੀ ਹੋਵੇ, ਜਾਣੀ ਕਿ ਭਾਵੇਂ ਉਹਨੇ ਬਾਹਰੋਂ ਆ ਕੇ ਸਿਟੀਜ਼ਨਸ਼ਿਪ ਲਈ ਹੋਵੇ ਚਾਹੇ ਉੱਥੇ ਵਾਲਾ ਹੀ ਹੋਵੇ, ਉਹ ਸਟਿਲ ਜੇਕਰ ਇੱਥੇ ਆਉਂਦਾ ਤਾਂ ਉਹਨੂੰ ਕੰਮ ਦੀ ਪਰਮਿਸ਼ਨ ਇੱਥੇ ਚਾਹੀਦੀ ਆ ਜਾਂ ਉਦਾਂ ਹੀ ਸਟਿਲ ਪਹਿਲਾਂ ਵਾਂਗੂ ਕੰਮ ਕਰ ਸਕਦਾ ਜੀ? ਭਾਜੀ ਜਿਹੜੇ ਲੋਕੀ ਹੁਣ ਯੂਰਪ ਤੋਂ ਆਉਣਗੇ, ਠੀਕ ਹੈ, ਜਿਸ ਤਰ੍ਹਾਂ ਬ੍ਰੈਕਸਿਟ ਦਸੰਬਰ 2020 ਜਾਂ ਜੂਨ 2021 ਤੋਂ ਪਹਿਲੇ ਆਉਂਦੇ ਸਨ, ਉਸ ਤੋਂ ਪਹਿਲੇ ਜਿਹੜੇ 2020 ਤੋਂ ਪਹਿਲੇ ਆਏ ਉਹ ਆ ਸਕਦੇ ਸਨ, ਆ ਕੇ ਕੰਮ ਸ਼ਮ ਕਰ ਸਕਦੇ ਸਨ। ਹੁਣ ਸਿਚੁਏਸ਼ਨ ਕੀ ਵੇ ਇਹ ਲੋਕੀ ਆ ਸਕਦੇ ਨੇ, ਠੀਕ ਹੈ, ਲੇਕਿਨ ਇਹ ਐਜ਼ ਅ ਵਿਜ਼ਟਰ ਆ ਸਕਦੇ ਨੇ, 6 ਮਹੀਨੇ ਰਹਿ ਸਕਦੇ ਨੇ। ਅਗਰ ਇਹਨਾਂ ਕੰਮ ਕਰਨਾ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਡੈਡਲਾਈਨ ਸੀ ਦਸੰਬਰ 2020 ਜਾਂ ਜੂਨ 2021 ਇਹਨਾਂ ਨੂੰ ਕਹਿੰਦੇ ਨੇ ਪ੍ਰੀ ਸੈਟਲ ਸਟੇਟਸ ਅਪਲਾਈ ਕਰਨਾ ਪੈਂਦਾ, ਠੀਕ ਹੈ ਜੀ। ਤੇ ਹੁਣ ਇਹ ਲੋਕੀ ਇੱਥੇ ਆ ਕੇ ਕੰਮ ਨਹੀਂ ਕਰ ਸਕਦੇ, ਠੀਕ ਹੈ ਜੀ। ਜਾਂ ਇਹਨਾਂ ਕੋਲ ਪ੍ਰੀ ਸੈਟਲ ਸਟੇਟਸ ਹੋਊਗਾ ਔਰ ਹੋਊਗਾ ਉਹਨਾਂ ਕੋਲ ਜੋ ਦਸੰਬਰ 2020 ਤੋਂ ਪਹਿਲੇ ਆਏ ਸਨ, ਜਾਂ ਜਿਹੜੇ ਲੋਕੀ ਉਸ ਡੇਟ ਨੂੰ ਅਪਲਾਈ ਨਹੀਂ ਕਰ ਸਕੇ ਉਹ ਹੋਮ ਆਫਿਸ ਆ ਕੇ ਬੇਨਤੀ ਕਰਨ ਕਿ ਅਸੀਂ ਕਿਸੇ ਕਾਰਨ ਤੋਂ ਵਜ੍ਹਾ ਤੋਂ अपना EUSS या प्री सेटल स्टेटस अप्लाई नहीं कर सके, क्योंकि ठोस कारण फर्ज करो इटली बहुत सारे लोग नहीं आ सके क्योंकि कोविड की रेशो बहुत ज्यादा हाई सी, यूरोप तो ज्यादातर लोग नहीं आ सके, एक बहुत बड़ी वजह सी। इस तरह की वजह देवन या कोई बंदा बीमार सी बहुत सीरियस सी, या कोई बंदा जिसकी नैशनैलिटी ये भी सुन लो, ये भी रिसेंटली केस डील किया, या जिसकी नैशनैलिटी कोविड की वजह तो डिले होगी, ठीक है ना, ये भी वजह बन सकती है। तो यूके गवर्नमेंट ने एक बड़ा एक अच्छा इसी पा दिता कि जेडे लोग दिसंबर 2000 जेडे यूरोपियन दिसंबर 2020 तक अप्लाई नहीं कर सके किसी ठोस कारण की वजह तो EUSS अप्लाई नहीं कर सके प्री सैटल, तो असी उन्होंने केस
ਇੰਡੀਵਿਜੂਅਲ ਬੇਸਿਸ ਤੇ ਤੱਕਾਂਗੇ। ਠੀਕ ਹੈ ਵੈਸੇ ਡੈਡਲਾਈਨ ਦਸੰਬਰ 2020 ਸੀ, ਹਾਂਜੀ। ਤੇ ਜਿਹੜੇ ਦਸੰਬਰ 2020 ਤੋਂ ਪਹਿਲੇ ਸਨ ਉਹਨਾਂ ਦੀ ਜੂਨ 2021 ਸੀ। ਠੀਕ ਹੈ ਉਹਨਾਂ ਜੀ। ਲੋਕਾਂ ਵਾਸਤੇ ਇਹ ਹੈਗਾ। ਠੀਕ ਠੀਕ ਤੇ ਜਿਹੜੇ ਫਿਰ ਵੀ ਕਿਸੇ ਕਾਰਨ ਦੀ ਵਜ੍ਹਾ ਤੋਂ ਜਿਹੜੇ ਜਾਣਬੁੱਝ ਕੇ ਨਹੀਂ ਅਪਲਾਈ ਕੀਤਾ ਜਾਂ ਸੁਸਤੀ ਜਾਂ ਨਾ ਪਤਾ ਹੋਣ ਦੀ ਵਜ੍ਹਾ ਤੋਂ, ਹਾਂਜੀ। ਉਹਨਾਂ ਵਾਸਤੇ ਇਹ ਜੋ ਇਹ ਕਿ 6 ਮਹੀਨੇ ਤੱਕ ਆ ਸਕਦੇ ਨੇ, 6 ਮਹੀਨੇ ਤੋਂ ਜ਼ਿਆਦਾ ਉਹਨਾਂ ਨੂੰ ਵੀਜ਼ਾ ਲੈਣਾ ਪਊਗਾ, ਠੀਕ ਹੈ ਜਿਸ ਜੀ। ਤਰ੍ਹਾਂ ਕੋਈ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਜਾਂ ਕਿਸੇ ਹੋਰ ਕੰਟਰੀ ਤੋਂ ਆਊਗਾ। ਹਾਂਜੀ ਬਿਲਕੁਲ ਉਹ ਸੇਮ ਰੂਲ ਰੈਗੂਲੇਸ਼ਨ ਸੇਮ ਆ ਗਏ ਬਿਲਕੁਲ। ਜਿਹੜਾ ਵਿਜ਼ਟਰ ਆਊਗਾ ਕੰਮ ਨਹੀਂ ਕਰੂਗਾ, ਤੇ ਹਾਂਜੀ। ਜਿਹੜਾ ਕੰਮ ਕਰਨ ਆਊਗਾ ਪ੍ਰੋਪਰ ਕੰਮ ਵਾਲਾ ਵੀਜ਼ਾ ਲੈ ਕੇ ਆਊਗਾ। ਹਾਂਜੀ, ਲੇਕਿਨ ਜਿਹੜੇ ਯੂਰਪੀਅਨ ਇੱਥੇ ਆ ਗਏ ਜਿਨ੍ਹਾਂ ਹਾਂਜੀ, ਕੋਲ ਹਾਂਜੀ। ਪ੍ਰੀ ਸੈਟਲ ਸਟੇਟਸ ਜਾਂ ਸੈਟਲ ਸਟੇਟਸ ਹੈਗਾ, ਹਾਂਜੀ। ਉਹ ਇੰਡੀਆ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਆਪਣੇ ਮਾਂ-ਬਾਪ ਨੂੰ, ਹਾਂਜੀ। ਆਪਣੀ ਬੀਵੀ ਬੱਚਿਆਂ ਨੂੰ, ਠੀਕ ਹੈ ਜੀ। ਬੱਚੇ ਜਿਹੜੇ 21 ਸਾਲ ਤੱਕ ਹਾਂਜੀ। ਔਰ ਵਾਈਫ ਨੂੰ ਬੁਲਾ ਸਕਦੇ ਨੇ। ਠੀਕ ਹੈ ਜੀ। ਉਹ ਹਾਲੀ ਬੰਦ ਨਹੀਂ ਹੋਇਆ। ਓਕੇ ਓਕੇ ਠੀਕ ਹੈ ਜੀ। ਸਮਝਿਓ ਮੇਰੀ ਗੱਲ? ਬਿਲਕੁਲ ਜੀ। ਇੱਕ ਜਵੇਦ ਜੀ ਇਹਦੇ ਨਾਲ ਹੀ ਜੁੜਾ ਕੁਐਸਚਨ ਹੋ ਰਿਹਾ ਗਿਆ, ਤੇ ਹੁਣ ਜਿੱਦਾਂ ਤੁਸੀਂ ਐਜ਼ ਅ ਸਲਿਸਟਰ ਤੁਸੀਂ ਦੇਖਦੇ ਆ, ਤੁਹਾਡੇ ਕੋਲ ਕੇਸਿਸ ਆਉਂਦੇ ਆ, ਜਿਹੜੇ ਇਹ ਕੇਸਿਸ ਆ, ਇਹਨਾਂ ਨੂੰ ਸਕਸੈਸਫੁਲ ਹੋਣ ਦਾ ਰੇਟ ਕਿੰਨਾ ਕੁ ਚੱਲ ਰਿਹਾ ਜੀ? ਜਿਹੜੇ ਇਮੀਗ੍ਰੇਸ਼ਨ ਦੇ ਕੇਸ ਆ, ਕਿੰਨੇ ਕੁ ਲੋਕੀ ਪੱਕੇ ਹੋ ਰਹੇ ਜੀ? ਭਾਜੀ ਦੇਖੋ, ਹਰ ਕੇਸ ਆਪਣੇ ਮੈਰਿਟ ਸੇ ਡਿਸਾਈਡ ਹੁੰਦਾ। ਹਾਂਜੀ ਪਾਲਿਸੀ ਬੇਸ਼ੱਕ ਇੱਕ ਹੁੰਦੀ ਆ, ਠੀਕ ਆ, ਹਾਂਜੀ। ਲੇਕਿਨ ਉਸ ਪਾਲਿਸੀ ਕੋਈ ਫੋਲ ਕਰਦਾ ਜਾਂ ਕਿਸੇ ਕੋਲ ਐਵੀਡੈਂਸ ਸਟਰੋਂਗ ਹੁੰਦੀ ਨਹੀਂ ਹੁੰਦੀ। ਹਾਂਜੀ। ਹਰ ਕੇਸ ਦਾ ਸਕਸੈਸ ਮੁਖਤਲਿਫ ਹੋਗਾ। ਯੂਰਪੀਅਨ ਵਾਸਤੇ ਓਵਰਆਲ ਠੀਕ ਹੈ, ਬੁਰਾ ਨਹੀਂ ਆ, ਠੀਕ ਹੈ ਐਸ ਲੌਂਗ ਐਸ ਤੁਸੀਂ ਉਸ ਦਾ ਕੀ ਨਾਮ ਹੈ ਸਬੂਤ ਪੂਰਾ ਦਿਓ, ਹਾਂਜੀ। ਭਲੇ ਉਹ ਪ੍ਰੀ ਸੈਟਲ ਦਾ ਹੋਵੇ ਜਾਂ ਸੈਟਲ ਸਟੇਟਸ ਦਾ ਹੋਵੇ, ਹਾਂਜੀ ਤੇ ਉਹ ਲੱਗ ਰਹੇ ਨੇ, ਇਹ ਨਹੀਂ ਉਹਨਾਂ ਦਾ ਪ੍ਰੀ ਸੈਟਲਮੈਂਟ ਮਿਲ ਰਿਹਾ, ਠੀਕ ਹੈ ਜੀ। ਸੈਟਲ ਸਟੇਟਸ ਵੀ ਮਿਲ ਰਿਹਾ ਸਾਰਾ ਕੁਝ ਜੋ ਉਹਨਾਂ ਦਾ ਕੀ ਕਹਿੰਦੇ ਨੇ, ਜੋ ਉਹਨਾਂ ਦਾ ਹੱਕ ਹੈ ਹਾਂਜੀ। ਜਾਂ ਜਿਹੜੀ ਠੋਸ ਵਜ੍ਹਾ ਨੂੰ ਮਿਲ ਰਿਹਾ। ਹਾਂਜੀ ਠੀਕ 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 ਜੀ। ਤੇ ਹਾਂਜੀ, ਇੱਕ ਜੀ ਜਿਵੇਂ ਕਿ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਲੇਬਰ ਦੀ ਸ਼ਾਰਟੇਜ ਆ ਗਈ ਆ, ਜਾਂ ਡਰਾਈਵਰਾਂ ਦਾ ਕਾਫੀ ਰੌਲਾ ਪੈ ਚੁੱਕਾ। ਮੈਂ ਕੱਲ ਹੀ ਸ਼ਾਇਦ ਅੱਜ ਸਵੇਰੇ ਇੱਕ ਨਿਊਜ਼ ਪੜ੍ਹ ਰਿਹਾ ਸੀ ਕਿ ਇੱਥੇ ਮਿਡਲੈਂਡ ਦੀ ਇੱਕ ਫਰਮ ਹੈ ਜੀ, ਉਹਨਾਂ ਚਲੋ ਆਪਾਂ ਨਾਂ ਨਹੀਂ ਕਿਸੇ ਦਾ ਲੈਂਦੇ, ਉਹਨੇ ਕਹਿੰਦੇ ਕਿ 24 ਆਵਰ ਦੇ ਵਿੱਚ ਹੀ 150 ਤੋਂ 200 ਡਰਾਈਵਰ ਕੱਢ ਦਿੱਤਾ ਕੰਮ ਤੋਂ, ਜੋ ਕਹਿੰਦੇ ਸਾਡੇ ਕੋਲ ਕੰਮੇ ਹੈ ਨਹੀਂ। ਇੱਕ ਕਲਾਸ 1 ਦੇ ਡਰਾਈਵਰ HGV ਵਾਲੇ ਡਰਾਈਵਰ ਇੱਕਦਮ ਇੰਨਾ ਡਰਾਈਵਰ 200 ਕੱਢ ਦੇਣਾ, ਉਹ ਵੀ ਕ੍ਰਿਸਮਸ ਦੇ ਦਿਨਾਂ ਦਾ, ਕਿ ਜਦੋਂ ਕਿ ਲੋਕਾਂ ਨੇ ਸ਼ਾਪਿੰਗਾਂ ਕਰਨੀਆਂ, ਪੈਸੇ ਚਾਹੀਦੇ ਲੋਕਾਂ ਨੂੰ, ਐਕਸਟਰਾ ਸਪੈਂਡ ਕਰਦੇ, ਪ੍ਰੈਜ਼ੈਂਟ ਵਗੈਰਾ ਲੈਣੇ ਆ, ਤੇ ਦੂਸਰੇ ਪਾਸੇ ਗਵਰਨਮੈਂਟ ਕਹਿ ਰਹੀ ਜੀ ਸਾਡੇ ਕੋਲ ਕੰਮ ਬਹੁਤ ਹੈ, ਸਾਡੇ ਕੋਲ ਡਰਾਈਵਰ ਵੀ ਹੈ ਨਹੀਂ, ਤੇ ਪਾਲਿਸੀਆਂ ਕਿੱਧਰ ਨੂੰ ਜਾ ਰਿਹਾ ਕੋਈ ਸਮਝ ਨਹੀਂ ਲੱਗ ਰਹੀ ਜੀ। ਇਹ ਭਾਜੀ ਜਿਹਨਾਂ ਨੇ ਡਰਾਈਵਰ ਕੱਢੇ, ਮੇਰੇ ਕੋਲ ਕੋਈ ਐਸੀ ਤੁਹਾਨੂੰ ਸ਼ਾਇਦ ਪਤਾ ਹੋਵੇ ਕੋਈ ਅਥੈਂਟਿਕ ਖਬਰ, ਤੇ ਵੈਸੇ ਜਿਹੜੀ ਵੱਡੀਆਂ ਕੰਪਨੀਆਂ ਨੇ ਉਹਨਾਂ ਕੋਲ ਤਾਂ ਕੰਮ ਬਹੁਤ ਹੈਗਾ। ਹਾਂਜੀ। ਕਿਸੇ ਨੇ ਡਰਾਈਵਰ ਕੱਢੇ ਕਿਸੇ ਹੋਰ ਕਾਰਨ ਤੋਂ ਵਜ੍ਹਾ ਤੋਂ ਕੱਢੇ ਹੋਣਗੇ, ਕੰਮ ਤੇ ਕ੍ਰਿਸਮਸ ਤੇ ਵੈਸੇ ਬੜਾ ਹੁੰਦਾ। ਹਾਂਜੀ ਹਾਂਜੀ। ਮੈਂ ਖਬਰ ਪੜ੍ਹੀ ਨਾ, ਮੈਂ ਆਪ ਬਹੁਤ ਸ਼ੌਕ ਸੀ, ਪਾਰਸਲ ਕੰਪਨੀ ਦੀ, ਤੇ ਇੰਨਾ ਡਰਾਈਵਰ 24 ਆਵਰ ਦੇ ਵਿੱਚ ਜਵਾਬ ਦੇ ਦਿੱਤਾ ਗਿਆ। ਮੈਂ ਸੋਚਣਾ, ਮੈਂ ਕਿਹਾ ਇੱਕ ਪਾਸੇ ਤਾਂ ਕਹਿ ਰਿਹਾ ਜੀ ਕੰਮ ਹੈ ਨਹੀਂ, ਕਿ ਸਮਾਨ ਨਹੀਂ ਪਹੁੰਚ ਰਿਹਾ, ਡਿਪੂ ਤੋਂ ਡਿਪੂ ਨਹੀਂ ਪਹੁੰਚ ਰਿਹਾ, ਪੈਟਰੋਲ ਦੀ ਕਮੀ ਆ ਗਈ ਜੀ, ਪਰ ਉਹਦੇ ਵਿੱਚ ਵੀ ਲੱਗਦਾ ਕਿ ਉਹਨਾਂ ਕੋਈ ਪਾਲਿਸੀਆਂ ਹੁੰਦੀਆਂ, ਜਿਵੇਂ ਕਿ ਹੁਣ ਪੈਟਰੋਲ E10 ਆ ਗਿਆ, ਉਹ ਪੁਰਾਣਾ ਸਟਾਕ ਫਿਨਿਸ਼ ਕਰਨਾ ਸੀ, ਇੱਕ ਕਿਸਮ ਦਾ ਰੌਲਾ ਪਾ ਕੇ ਜੀ ਨਹੀਂ ਹੋ ਰਿਹਾ, ਤੇ ਹੁਣ ਪੈਟਰੋਲ ਵੀ ਮਹਿੰਗਾ ਹੋ ਗਿਆ, E10 ਵੀ ਸ਼ੁਰੂ ਹੋ ਗਿਆ ਜੀ। ਹਾਂਜੀ ਭਾਜੀ, ਮੇਰੇ ਕੋਲ ਤਾਂ ਕੋਈ ਇਸ ਦੀ ਅਥੈਂਟਿਕ ਖਬਰ ਨਹੀਂ ਹੈਗੀ ਆ, ਤੇ ਲੇਕਿਨ ਓਵਰਆਲ ਤੇ ਸ਼ਾਰਟੇਜ ਹੈਗੀ ਆ, ਹਾਂਜੀ। ਦੈਟਸ ਫॉर ਸ਼ੋਰ। ਠੀਕ ਹੈ, ਬੰਦੇ ਇਹਨਾਂ ਨੂੰ ਚਾਹੀਦੇ ਵੀ, ਡਰਾਈਵਰ ਵੀ ਚਾਹੀਦੇ। ਇਹਨਾਂ ਜਿਹੜੀ ਪਿੱਛੇ ਅਸੀਂ ਪ੍ਰੋਗਰਾਮ ਤੇ ਗੱਲ ਵੀ ਕੀਤੀ, ਲੋਰੀ ਡਰਾਈਵਰ ਜਾਂ 300 ਟਰੰਕ ਫਿਊਲ ਡਰਾਈਵਰ, ਉਹ ਤੇ ਉਸੇ ਤਰ੍ਹਾਂ ਚੱਲ ਰਿਹਾ। ਹਾਂਜੀ। ਅੱਛਾ, ਇੱਕ ਜੀ ਹੋਰ, ਮੈਂ ਜਿੱਦਾਂ ਕਹਿੰਦੇ ਖਬਰਾਂ ਜਦੋਂ ਤੁਸੀਂ ਫੋਲਦੇ ਨਾ ਤੇ ਵਿੱਚੋਂ ਨਿਕਲਦੀਆਂ ਜਾਂਦੀਆਂ ਜੀ, ਇੱਕ ਮੈਂ ਹੋਰ ਦੇਖ ਰਿਹਾ ਸੀ ਕਿ ਇੱਕ ਇਮੀਗ੍ਰੇਸ਼ਨ ਦੀ ਨਾਲ ਜੁੜੀ ਇਹਦੇ ਰਿਲੇਟਡ ਨਿਊਜ਼ ਆ ਕਿ ਕੋਈ ਬੈਲਟ ਸਿਸਟਮ ਹੋ ਰਿਹਾ ਵੀ, ਜਾਨੀ ਜੀ ਤੁਹਾਡੀ ਪਰਚੀ ਕੱਢੀ ਜਾਊਗੀ ਤੇ ਉਹਦੇ ਵਿੱਚੋਂ ਤੁਹਾਡਾ ਨਾਂ ਆ ਜਾਂਦਾ, ਤਾਂ ਤੁਸੀਂ ਉਹ ਬੰਦਾ ਇੰਡੀਆ ਤੋਂ ਆ ਜਾਊਗਾ, ਕੋਈ ਸਕਿੱਲ ਸਕੂਲ ਵਾਲਾ ਕੰਮ? ਨਹੀਂ ਭਾਜੀ, ਉਹ ਮੈਂ ਤੁਹਾਨੂੰ ਦੱਸ ਦੇਣਾ, ਸ਼ਾਇਦ ਹੁਣ ਹੋ ਕੇ ਰਿਹਾ ਹੋਏਗਾ ਕਿ ਇਹਨੂੰ ਸ਼ਾਇਦ ਤੁਸੀਂ ਯੂਥ ਮੋਬਿਲਿਟੀ ਸਕੀਮ ਦਾ ਕਹਿ ਰਹੇ ਹੋ। ਹਾਂਜੀ ਹਾਂਜੀ। ਅੱਛਾ, ਹੋਊਗਾ ਕਿ ਨਵੇਂ ਸਾਲ 2022 ਜਨਵਰੀ ਤੋਂ ਇੱਕ ਯੂਥ ਮੋਬਿਲਿਟੀ ਸਕੀਮ ਸਟਾਰਟ ਹੋਊਗੀ, ਠੀਕ ਹੈ ਜੀ, ਜਿਸ ਵਿੱਚ ਹਰ ਸਾਲ 3000 ਬੰਦੇ UK ਗਵਰਨਮੈਂਟ ਨੇ ਚੱਕਣੇ। ਠੀਕ ਹੈ, ਉਸ ਵਿੱਚ ਉਹਨਾਂ ਕੁਝ ਸ਼ਰਤਾਂ ਰੱਖੀਆਂ। ਠੀਕ ਹੈ, ਇਹਦਾ ਨਾਂ ਯੂਥ ਮੋਬਿਲਿਟੀ ਸਕੀਮ, ਪਹਿਲੇ ਇਹਨੂੰ Tier 5 ਕਹਿੰਦੇ ਸਨ, ਅਗਰ ਬਹੁਤ ਕਾਨੂੰਨੀ ਜ਼ੁਬਾਨ ਵਿੱਚ ਗੱਲ ਕਰੋ, ਹਾਲੇ ਵੀ Tier 5 ਕਹਿੰਦੇ, ਲੇਕਿਨ ਇਨ ਜਨਰਲ ਉਹਦਾ ਨਾਂ ਯੂਥ ਮੋਬਿਲਿਟੀ ਸਕੀਮ। ਠੀਕ ਹੈ ਜੀ। एशिया आई थिंक इंडिया पहला कंट्री या दूसरा कंट्री है जिस के यूके सरकार ने उन्होंने एक प्रिविलेज दिता, अपॉर्चुनिटी दी कि तुसी हर साल अपने जिहड़ी यंग नौजवान हैं वो इत्थे आके 2 साल तक काम कर सकते हैं। उसकी शर्तां रखियां कि 18 तो 30 साल उम्र होवे, 2500 ਤੋਂ ਦੇ ਅਕਾਊਂਟ ਵਿੱਚ ਹੋਵੇ, ਇੰਗਲਿਸ਼ ਦਾ ਸਪੈਸੀਫਿਕ ਲੈਵਲ ਹੋਵੇ, ਆਇਲਟਸ ਵਗੈਰਾ ਹੋਵੇ, ਜਾਂ ਇਸ ਦੇ ਇਕੁਇਵਲੈਂਟ ਜੋ ਕੋਰਸ ਕੀਤਾ ਹੋਵੇ, ਜਾਂ ਤੁਸੀਂ ਖਾਸ ਐਜੂਕੇਸ਼ਨ ਤੁਹਾਨੂੰ ਹੋਵੇ, ਯਾਨੀ ਪਲੱਸ 2 ਤੋਂ ਡਿਗਰੀ ਲੈਵਲ ਦੀ ਹੋਵੇ, ਤੁਸੀਂ ਯਾਨੀ ਕਿ ਕੁਆਲੀਫਾਈਡ ਬੰਦੇ ਹੋ, ਤਾਂ ਕਿ 2 ਸਾਲ ਤੁਸੀਂ ਯੂਕੇ ਦੇ ਅੰਦਰ ਆਓ, ਇੱਥੇ ਦੀ ਇਕਨੋਮੀ ਨੂੰ ਫਾਇਦਾ ਪਹੁੰਚਾਓ, ਜਾਂ ਤੁਸੀਂ ਕੋਈ ਇੱਥੇ ਦਾ ਐਕਸਪੀਰੀਅੰਸ ਗੇਨ ਕਰੋ। ਇਹ ਯੂਥ ਮੋਬਿਲਿਟੀ ਸਕੀਮ, ਇਹ ਜਿਹੜੀ ਪਰਚੀ ਵਾਲੀ ਗੱਲ ਕੀਤੀ ਨਾ ਤੁਸੀਂ ਕਿ 48 ਘੰਟੇ ਦੇ ਅੰਦਰ ਜਿਤਨੇ ਲੋਕੀ ਅਪਲਾਈ ਕਰ ਸਕਦੇ ਨੇ ਕਰ ਲਵਣ, ਉਸ ਵਿੱਚ ਉਹਨਾਂ 3000 ਚੱਕ ਲੈਣੇ ਬੰਦੇ। ਤੇ ਇਹ 3000 ਇਕੱਲਾ ਇੰਡੀਆ ਦਾ ਹੈ ਜੀ?
ਇਹ ਆਈ ਇੰਡੀਆ ਵਾਸਤੇ ਖਾਲੀ, ਅੱਛਾ ਠੀਕ ਹੈ, ਇਹ ਸਿਰਫ ਆਈ ਇੰਡੀਆ ਵਾਸਤੇ। ਇਹ ਇੱਥੇ ਪਿੱਛੇ ਸਰਕਾਰਾਂ ਦਾ ਆਪਸ ਵਿੱਚ ਹੋਇਆ ਸੀ ਕਿ ਉਹਨਾਂ ਇਹ ਆਖਿਆ ਸੀ ਕਿ ਅਸੀਂ ਇੱਥੇ ਦੇ ਜਿਹੜੇ ਕੱਚੇ ਇੰਡੀਅਨ ਹਨ ਉਹਨਾਂ ਨੂੰ ਐਕਸੈਪਟ ਕਰਾਂਗੇ ਔਰ ਉੱਥੇ ਦੇ ਜਿਹੜੇ ਤੁਸਾਂ ਨੂੰ ਬਦਲੇ ਵਿੱਚ ਉੱਥੇ ਦੇ ਜਿਹੜੇ ਟੈਲੈਂਟਡ ਬੰਦੇ 3000 ਉਹ ਦੇਵਾਂਗੇ। ਇਹ ਉਸ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਇਆ ਸੀ ਕੁਝ ਮਹੀਨੇ ਪਹਿਲੇ, ਇਹ ਉਸ ਪਾਲਿਸੀ ਦਾ ਨਤੀਜਾ ਹੈਗਾ। ਓਕੇ ਠੀਕ ਹੈ, ਜਿਹੜੇ ਆਪਸ ਵਿੱਚ ਸੰਧੀ ਹੋਈ ਉਹਨਾਂ ਦੀ ਹਾਂਜੀ ਕਿ ਜ਼ਾਹਰੀ ਗੱਲ ਹੈ ਕਿ ਜਦੋਂ ਗਵਰਨਮੈਂਟ ਦੀਆਂ ਸਰਕਾਰਾਂ ਆਪਸ ਵਿੱਚ ਮਿਲਦੀਆਂ ਤੇ ਇੱਕ ਹੱਥ ਤੋਂ ਲੈਣ ਦੂਸਰੇ ਹੱਥ ਤੋਂ ਦੇਣ ਦਾ ਮੁਆਹਦਾ ਹੁੰਦਾ ਕਿ ਅਸੀਂ ਤੁਸਾਂ ਦੇ ਇਸ ਮੁਲਕ ਵਿੱਚ ਮਾਈਗ੍ਰੇਸ਼ਨ ਜਾਂ ਲੀਗਲ ਮਾਈਗ੍ਰੇਸ਼ਨ ਰੱਖਣੇ ਵਾਸਤੇ ਇੰਨੇ ਕੱਚੇ ਬੰਦੇ ਤੁਸੀਂ ਵਾਪਸ ਲਵਾਂਗੇ ਤੇ ਸਾਡੇ ਇਤਨੇ ਬੰਦੇ ਤੁਸੀਂ ਲੈ ਕੇ ਆਓ। ਇਹ ਹਮੇਸ਼ਾ ਗਵਰਨਮੈਂਟ ਦੀ ਕੰਟਰੀ ਟੂ ਕੰਟਰੀ ਚੇਂਜ ਹੁੰਦੀਆਂ ਰਹਿੰਦੀਆਂ, ਗਿਵਨ ਐਂਡ ਟੇਕ ਕਰਨੀਆਂ ਪੈਂਦੀਆਂ ਕਿਉਂਕਿ ਸਰਕਾਰਾਂ ਇਦੋਂ ਹੀ ਚੱਲਦੀਆਂ, ਡੈਮੋਕ੍ਰੇਸੀ ਇਦੋਂ ਹੀ ਚੱਲਦੀ ਆ ਕਿ ਸਾਡੇ ਇਤਨੇ ਬੰਦੇ ਲਓ ਤੇ ਇਤਨੇ ਦੋ। ਅਗਰ ਤੁਸੀਂ ਸਾਡੇ ਇਤਨੇ ਸਟੂਡੈਂਟ ਲੈ ਰਹੇ ਹੋ, ਅਸੀਂ ਸਾਡੇ ਕੋਲ ਇਨਵੈਸਟਮੈਂਟ, ਹੁਣ ਪਿੱਛੇ ਇੰਡੀਅਨ ਗਵਰਨਮੈਂਟ ਕਹਿੰਦੀ ਸੀ ਕਿ ਸਾਡੇ ਕੋਲ ਤੁਸੀਂ ਇਨਵੈਸਟਮੈਂਟ ਲੈ ਰਹੇ ਹੋ ਤੇ ਸਾਡੇ ਸਟੂਡੈਂਟ ਨੂੰ ਵੀਜ਼ਾ ਵੀ ਦਿਓ, ਤੇ ਇਹ ਹੁਣ 2030 ਤੱਕ, ਕਿਉਂਕਿ ਦੋਨੋਂ ਸਰਕਾਰਾਂ ਦਾ ਇੱਕ ਮੁਆਹਦਾ ਸੀ ਕਿ ਅਸੀਂ ਇਤਨੀ ਇਨਵੈਸਟਮੈਂਟ ਇੰਡੀਆ ਤੋਂ ਯੂਕੇ ਚ ਆਣਾਂਗੇ, ਇਸ ਦੇ ਨਤੀਜੇ ਸਟੂਡੈਂਟ ਨੇ ਵੀਜ਼ਾ ਬਹੁਤ ਦੇਵਾਂਗੇ ਔਰ ਅਸੀਂ ਮਿਲੀਅਨ ਆਫ ਪਾਉਂਡ ਅਸੀਂ ਆਪਣੀ ਯੂਨੀਵਰਸਿਟੀ ਦੀ ਮਦਦ ਫੀਸਾਂ ਇਕੱਠੀਆਂ ਵੀ ਕਰਾਂਗੇ। ਤੇ ਇਸੇ ਦੀ ਵਜ੍ਹਾ ਤੋਂ ਤੱਕ ਲੋ ਹੁਣ ਪੰਜਾਬ ਤੋਂ ਆਪਣਾ ਜਾਂ ਇੰਡੀਆ ਤੋਂ ਓਵਰਆਲ ਸਟੂਡੈਂਟ ਬਹੁਤ ਆ ਰਿਹਾ, ਲੋਟ ਆਫ ਸਟੂਡੈਂਟਸ ਆਰ ਕਮਿੰਗ ਥਰੂ। ਜਹਾਜ਼ਾਂ ਦੇਖ ਲਓ, ਤੁਸੀਂ ਤੱਕ ਲਓ, ਹਰ ਜਗ੍ਹਾ ਬਰਮਿੰਘਮ ਵੀ ਤੱਕ ਲਓ, ਬਾਕੀ ਸਟੂਡੈਂਟ ਬੇਤਾਸ਼ਾ ਆ ਰਿਹਾ। ਤੇ ਭਾਜੀ ਇਹ ਮੇਰਾ ਜੇ ਤੁਸਾਂ ਨਾਲ ਸ਼ਾਇਦ ਗੱਲ ਹੋਈ ਸੀ ਕਿ ਆਪਾਂ ਯੂਕੇ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਸਦਾ ਫਿਊਚਰ ਕੀ ਆਗਾ, ਕਿਆ ਇਹ ਪੁਰਾਣੇ ਜਿਹੜੇ ਫਰਸੂਦਾ ਜਾਂ ਪੁਰਾਣੇ ਜਿਹੜੇ ਲੂਪ ਹੋਲ ਹਨ ਉਹ ਬੰਦ ਕਰਨਗੇ ਜਾਂ ਜਿਹੜੀ ਨਵੀਂ ਇਮੀਗ੍ਰੇਸ਼ਨ ਹੈ ਜਿਸ ਵਿੱਚ ਯੂਥ ਮੋਬਿਲਿਟੀ ਸਕੀਮ, ਜਿਸ ਵਿੱਚ ਗਲੋਬਲ ਟੈਲੈਂਟ ਵੀਜ਼ਾ, ਜਿਸ ਵਿੱਚ ਵਰਕ ਪਰਮਿਟ ਜਿਹਨੂੰ ਅੱਜ ਕੱਲ੍ਹ ਸਕਿੱਲ ਵਰਕਰ ਵੀਜ਼ਾ, ਜਿਸ ਵਿੱਚ ਗ੍ਰੈਜੂਏਟ ਵੀਜ਼ਾ ਜੋ ਸਟੂਡੈਂਟ ਵੀਜ਼ਾ ਤੋਂ ਬਾਅਦ ਮਿਲਦਾ PSW ਕਹਿੰਦੇ, ਜਾਂ ਇੱਕ ਹੋਰ ਵੀਜ਼ਾ ਸਕੇਲ ਅਪ ਵੀਜ਼ਾ ਉਹ ਲਵਣਗੇ। ਤੇ ਇਹ ਮੇਰਾ ਅੱਜ ਕਹਿਣ ਦਾ ਇਹ ਵੀ ਮਤਲਬ ਆਉਣ ਦਾ ਇਹ ਵੀ ਇੱਕ ਮਕਸਦ ਸੀ ਕਿ ਹੁਣ ਇਮੀਗ੍ਰੇਸ਼ਨ ਯੂਕੇ ਦੀ ਬ੍ਰੈਕਸਿਟ ਤੋਂ ਬਾਅਦ ਇਹਨਾਂ ਨੇ ਬੜਾ ਕਲੀਅਰਲੀ ਆਖਿਆ ਕਿ ਵੀ ਵਿਲ ਟੇਕ ਬੈਸਟ ਐਂਡ ਦ ਬ੍ਰਾਈਟੈਸਟ ਆਫ ਦ ਵਰਲਡ। ਅਸੀਂ ਦੁਨੀਆ ਦੇ ਜਿਹੜੇ ਸਭ ਤੋਂ ਬੈਸਟ ਔਰ ਬ੍ਰਾਈਟੈਸਟ ਟੈਲੈਂਟਡ ਬੰਦੇ ਅਸੀਂ ਆਪਾਂ ਨੇ ਚੱਕਣੇ, ਅਸੀਂ ਉਹ ਸਾਇਲਮ ਦੇਣੀ ਜਾਂ ਯੂਕੇ ਨੂੰ ਇਲੀਗਲ ਬੰਦਿਆਂ ਦੀ ਆਮਾਜਗਾ ਬਣਾਉਣੀ ਜਾਂ ਯੂਕੇ ਨੂੰ ਇੱਕ ਇਲੀਗਲ ਬੰਦਿਆਂ ਦਾ ਘਰ ਬਣਾਉਣਾ ਉਹ ਅਸੀਂ ਖਤਮ ਕਰਾਂਗਾ। ਸਾਡੀ ਅਪਰੋਚ ਹੁਣ ਕੀ ਆ, ਅਸੀਂ ਪੂਰੀ ਦੁਨੀਆ ਤੋਂ ਸਭ ਤੋਂ ਟੈਲੈਂਟਡ ਸਭ ਤੋਂ ਬੈਸਟ ਬੰਦੇ ਚੱਕਣੇ। ਹੁਣ ਹੋਇਆ ਕਿ ਯੂਕੇ ਦਾ ਯੂਰਪ ਤੋਂ ਬਾਹਰ ਨਿਕਲਣੇ ਤੋਂ ਬਾਅਦ ਇਹ ਇਹਨਾਂ ਸਾਰਿਆਂ ਦੇ ਇਹਨਾਂ ਦੇ ਜਿਹੜੇ ਥਿੰਕ ਟੈਂਕ, ਇਹਨਾਂ ਦੇ ਵੱਡੇ ਜਿਹੜੀ ਬਿਊਰੋਕ੍ਰੇਸੀ ਜਾਂ ਸਿਵਲ ਸਰਵੈਂਟ ਜਾਂ ਇਹਨਾਂ ਦੇ ਜਿਹੜੇ ਮਿਨਿਸਟਰ ਵੱਡੇ ਠੀਕ ਆ, ਉਹ ਬੈਠੇ ਉਹਨਾਂ ਕਹੇ ਜੀ ਲੁੱਕ, ਔਰ ਇਹ ਸ਼ਾਇਦ ਨਿਊਜ਼ਪੇਪਰ ਵਿੱਚ ਆਇਆ, ਐਗਜ਼ੈਕਟ ਮੈਨੂੰ ਯਾਦ ਨਹੀਂ, ਉਹਨਾਂ 'ਚ ਲਿਖਾ ਕਿ ਪੂਰੀ ਦੁਨੀਆ ਟੈਕਨੋਲੋਜੀ 'ਚ ਬੜੀ ਅੱਗੇ ਜਾ ਰਹੀ ਆ। ਯੂਕੇ ਦਾ ਜ਼ਾਰੀ ਗੱਲ ਇੱਕ ਦੁਨੀਆ 'ਚ ਨਾਮ ਰਿਹਾ, ਯੂਕੇ ਦੁਨੀਆ ਦਾ ਜਿਤਨਾ ਵੀ ਬਿਜ਼ਨਸ ਹੈ ਉਸ ਦੀ ਇੱਕ ਬਹੁਤ ਅਹਿਮ ਕੰਟਰੀਬਿਊਸ਼ਨ ਰਹੀ ਆ, ਠੀਕ ਆ। ਯੂਕੇ ਦਾ ਇੱਕ ਨਾਂ ਰਿਹਾ, ਇੱਕ ਆਬਵੀਅਸਲੀ ਕੰਟਰੀ ਆ, ਅਮਰੀਕਾ, ਇੰਗਲੈਂਡ, ਠੀਕ ਹੈ ਨਾ, ਇੱਕ ਵਨ ਆਫ ਦਾ ਬਿਗੇਸਟ ਇਕਨੋਮੀ ਤਸਵਰ ਹੁੰਦੀ, ਸ਼ਾਇਦ 5ਵੀਂ ਇਕਨੋਮੀ ਹੈ ਦੁਨੀਆ ਦੀ, ਠੀਕ ਆ। ਹੁਣ ਜ਼ਾਰੀ ਗੱਲ ਚਾਈਨਾ ਵੀ ਆਬਵੀਅਸਲੀ ਪੂਰੀ ਦੁਨੀਆ ਦੇ ਇਸ ਟਾਈਮ ਟੈਕਨੋਲੋਜੀ ਦੇ ਲਿਹਾਜ਼ ਨਾਲ ਛਾਇਆ ਪਿਆ, ਔਰ ਯੂਕੇ ਕੀ ਕਹਿ ਰਿਹਾ ਹੁਣ ਅਸੀਂ ਉਹਨਾਂ ਚਲੋ ਤੁਸਾਂ ਦੀ ਗੱਲ ਕੀਤੀ, ਮੈਂ ਐਡ ਕਰ ਦੇਣਾ, ਇੱਕ ਗਲੋਬਲ ਟੈਲੈਂਟ ਵੀਜ਼ਾ ਇਹਨਾਂ ਨੇ ਇੰਟਰੋਡਿਊਸ ਕੀਤਾ, ਠੀਕ ਹੈ ਜੀ, ਇਹ ਬੜਾ ਪਿਆਰਾ ਵੀਜ਼ਾ ਹੈਗਾ। ਤੇ ਇਹ ਅੱਜ ਆਪਾਂ ਥੋੜਾ ਜਿਹਾ ਜ਼ਰੂਰ ਇਸ ਤੇ ਥੋੜਾ ਜਿਹਾ ਮੈਂ ਜਲਦੀ ਨਾਲ ਕਵਰ ਕਰ ਦੂੰਗਾ। ਗਲੋਬਲ ਟੈਲੈਂਟ ਵੀਜ਼ਾ ਇਸ ਕਹਿ ਰਹੇ ਕਿ ਅਸੀਂ ਪੂਰੀ ਦੁਨੀਆ ਦਾ ਨਾਂ ਤੋਂ ਹੀ ਜ਼ਾਹਿਰ ਹੈ ਜਿਹੜਾ ਪੂਰੀ ਦੁਨੀਆ ਦਾ ਗਲੋਬਲ ਦਾ ਦੁਨੀਆ ਦਾ ਗਲੋਬ ਦਾ ਟੈਲੈਂਟ ਯੂਕੇ ਲੈ ਕੇ ਆਣਾ। ਇਹਨਾਂ ਇੱਕ ਓਪਨ ਐਂਡਡ ਵੀਜ਼ਾ ਰੱਖ ਦਿੱਤਾ, ਠੀਕ ਹੈ ਜੀ, ਕਿ ਜਿਸ ਬੰਦੇ ਜੋ ਟੈਲੈਂਟ ਆ ਉਹ ਯੂਕੇ 'ਚ ਆ ਸਕਦਾ, ਠੀਕ ਹੈ ਜੀ, ਬੜੀ ਫਲੈਕਸੀਬਲ ਟਰਮਸ ਤੇ, ਸ਼ਰਤ ਇਹ ਕਿ ਟੈਲੈਂਟ ਹੋ। ਹਾਂਜੀ ਨਾ ਬੇਸਿਕਲੀ ਕਹਿਣ ਦਾ ਮਤਲਬ ਇਨੀ ਕੋਸ਼ਿਸ਼ ਇਹ ਕਰ ਰਿਹਾ ਹੈ ਕਿ ਜਿਹੜੀ ਉਹਨਾਂ ਏਸ਼ੀਅਨ ਮੁਲਕਾਂ ਦੇ ਵਿੱਚ ਹੈ, ਜਦੋਂ ਇੰਡੀਆ, ਪਾਕਿਸਤਾਨ, ਚਾਈਨਾ ਜਾਂ ਕਿਸੇ ਵੀ ਅਫਗਾਨਿਸਤਾਨ, ਬੰਗਲਾਦੇਸ਼, ਕਿਤੇ ਵੀ, ਉਹ ਕਹਿੰਦੇ ਕਿ ਜਿਹੜੇ ਉਸ ਦੇਸ਼ ਦੀ ਜਿਹੜੀ ਪੰਜਾਬੀ ਜਗ੍ਹਾ ਮਲਾਈ ਆ ਉਹ ਇੱਧਰ ਆ ਜਾਵੇ ਜਾਂ ਕਰੀਮ ਆ ਉਹ ਇੱਧਰ ਆ ਜਾਵੇ। ਬਿਲਕੁਲ, ਇਹ ਦੇਖੋ ਇਹ ਇਹਨਾਂ ਦੀ ਕੋਸ਼ਿਸ਼ ਆ। ਇਹਨਾਂ ਹੁਣ ਗਲੋਬਲ ਟੈਲੈਂਟ ਵੀਜ਼ਾ ਜਿਸ ਦਾ ਪੁਰਾਣਾ ਨਾਂ ਸੀ ਪੁਰਾਣਾ ਨਾਂ ਇਸਦਾ ਸੀ ਐਕਸੈਪਸ਼ਨਲ ਟੈਲੈਂਟ ਜਾਂ ਐਕਸੈਪਸ਼ਨਲ ਪ੍ਰੋਮਿਸ ਵੀਜ਼ਾ, ਠੀਕ ਹੈ ਜੀ, ਇਹ ਇਹਨਾਂ ਨੂੰ ਇੰਟਰੋਡਿਊਸ ਕੀਤਾ। ਤੇ ਮੈਂ ਹੁਣ ਤੁਸਾਂ ਦੇ ਚੈਨਲ ਤੋਂ ਇਹ ਜ਼ਰੂਰ ਕਹੂੰਗਾ ਕਿ ਆਪਣੀ ਤੁਸੀਂ ਇੰਡੀਅਨ ਯੂਥ ਜਾਂ ਜਿਹੜੀ ਵੀ ਯੰਗ ਯੂਥ, ਏਸ਼ੀਅਨ ਯੂਥ ਆ, ਉਹਨਾਂ ਨੂੰ ਆਖੋ ਕਿ ਤੁਸੀਂ ਇਸ ਸਕੀਮ ਦਾ ਜ਼ਰੂਰ ਹਿੱਸਾ ਬਣੋ। ਇੱਕ ਤੇ ਬੜਾ ਸਸਤਾ ਵੀਜ਼ਾ ਹੈ, ਠੀਕ ਜੀ, ਔਰ ਇਸ ਵਿੱਚ ਖਾਲੀ ਇਹ ਨਹੀਂ ਕਿ ਤੁਸੀਂ ਬਹੁਤ ਵੱਡੇ ਕੋਈ ਸਾਇੰਟਿਸਟ ਹੋ, ਤੁਸੀਂ ਅਗਰ ਅੱਛੇ ਇੰਟਰਟੇਨਰ ਹੋ, ਡਾਂਸਰ ਹੋ ਜਾਂ ਕੋਈ ਵੀ ਸਕਿੱਲ ਹੈਗੀ ਤੁਹਾਡੇ ਕੋਲ, ਤੁਸੀਂ ਇਹਦਾ ਜਿਹੜਾ ਪੂਰਾ ਪ੍ਰੋਸੈਸ ਹੈ ਉਹ ਤੇ ਬੜਾ ਲੰਬਾ ਚੌੜਾ ਹੈਗਾ, ਲੇਕਿਨ ਇਟਸ ਕੁਆਇਟ ਪੋਸੀਬਲ, ਠੀਕ ਹੈ। ਕੋਈ ਸੀ ਇੰਪਲੋਇਰ ਨਹੀਂ ਚਾਹੀਦਾ, ਸਕਿੱਲ ਹੈਗੀ, ਹੋਮ ਆਫਿਸ ਨੂੰ ਅਪਲਾਈ ਕਰੋ, ਠੀਕ ਜੀ, ਹੋਮ ਆਫਿਸ ਨੂੰ ਲੱਗਿਆ ਕਿ ਵਾਕਈ ਸਕਿੱਲ ਹੈਗੀ ਆ,
ਉਹ ਤੁਹਾਨੂੰ ਵੀਜ਼ਾ ਅਪਰੂਵ ਕਰ ਦੇਣਗੇ। ਫੀਸ ਵੀ ਦੀ ਬੜੀ ਘੱਟ ਆ, 5 ਸਾਲ ਤੱਕ ਰਹਿ ਵੀ ਸਕਦੇ ਹੋ। ਸੋ ਉਹਦਾ ਕੋਈ ਬੌਸ ਨਹੀਂ ਹੋਏਗਾ ਇੱਥੇ, ਤੁਸੀਂ ਆਪਣੇ ਖੁਦ ਦੇ ਮਨਚਾਹੀ ਬਾਦਸ਼ਾਹ 'ਚ ਬਣੋਗੇ। ਇੱਕ ਬੜਾ ਪਿਆਰਾ ਵੀਜ਼ਾ ਨੇ ਇੰਟਰੋਡਿਊਸ ਕੀਤਾ, ਗਲੋਬਲ ਟੈਲੈਂਟ ਵੀਜ਼ਾ। ਤੇ ਅਸੀਂ ਆਪਣੇ ਭੈਣ ਭਾਈ ਜਿਹੜੇ ਇੰਡੀਆ ਪੰਜਾਬ ਵਿੱਚ ਜਾਂ ਕਿਤੇ ਵੀ ਦੁਨੀਆ ਜਿਹੜੇ ਸੁਣਨ ਸਾਨੂੰ, ਤੇ ਇਹ ਵੀਜ਼ੇ ਤੇ ਅਸੀਂ ਥੋੜਾ ਜਿਹਾ ਇਸ ਦੀ ਥੋੜੀ ਜੀ ਐਜੂਕੇਟ ਕਰੀਏ ਕਿ ਇਹ ਜ਼ਰੂਰ ਅਪਲਾਈ ਕਰੋ। ਬਿਲਕੁਲ ਜੀ। ਅੱਛਾ, ਇਹਦੇ ਵਿੱਚ ਇੱਕ ਹੋਰ ਚੀਜ਼ ਹੋ ਜਾਂਦੀ ਜੀ, ਜਿੱਦਾਂ ਹੁਣ ਚਲੋ ਵੱਖੋ-ਵੱਖ ਵੀਜ਼ੇ ਹੋ ਗਏ ਨਾ, ਕੋਈ ਕਿਸੇ ਵੀਜ਼ੇ ਤੇ ਹੁੰਦਾ, ਕੋਈ ਕਿਸੇ ਵੀਜ਼ੇ ਤੇ ਹੁੰਦਾ। ਜਿਹੜਾ ਵਿਜ਼ਟਰ ਵੀਜ਼ਾ ਆ ਉਹ ਆ ਕੇ ਓਬਵੀਅਸਲੀ ਇੱਥੇ ਆ ਕੇ ਕਿਸੇ ਹੋਰ ਉਸ ਵਿੱਚ ਚੇਂਜ ਨਹੀਂ ਕਰ ਸਕਦੇ ਉਹਨੂੰ, ਪਰ ਜਿਹੜਾ ਇਹ ਵੀਜ਼ਾ ਹੈ, ਇਹ ਇੱਕ ਵੀਜ਼ਾ ਜੇ ਮੰਨ ਲਓ ਗਲੋਬਲ ਟੈਲੈਂਟ ਵੀਜ਼ੇ ਦੇ ਵਾਲੇ ਤੇ ਆ ਗਿਆ ਤੇ ਕੱਲ ਨੂੰ ਉਸ ਦਾ ਵਿਆਹ ਹੋ ਜਾਂਦਾ ਤੇ ਇੱਥੇ ਹੋ ਜਾਂਦਾ ਸੈਟਲਮੈਂਟ ਹੁਣ ਕੋਸ਼ਿਸ਼ ਕਰਦੇ ਆ, ਤੇ ਉਹ ਫਿਰ ਵੀਜ਼ਾ ਉਸ ਦੂਸਰੇ ਪਾਸੇ ਜੇ ਚੇਂਜ ਹੋ ਜਾਂਦਾ ਜੀ। ਭਾਜੀ ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਨਾ, ਵਿਜ਼ਟਰ ਵੀਜ਼ਾ ਦਾ ਇੱਕ ਅਸੂਲ ਹੈ ਕਿ once a visitor always a visitor। ਜਿਹੜਾ ਵਿਜ਼ਿਟ ਤੇ ਆਇਆ ਤਾਂ ਵਿਜ਼ਿਟ ਤੇ ਰਹੂਗਾ। ਸਿਰਫ ਇੱਕ ਦੋ ਸੂਰਤਾਂ ਚੇਂਜ ਕਰ ਸਕਦਾ, ਇੱਕ ਜਿਸ ਨਾਲ ਕੋਵਿਡ ਵਿੱਚ ਪਿੱਛੇ ਇਹਨਾਂ ਛੂਟ ਦੇ ਦਿੱਤੀ ਸੀ, ਹਾਲੀ ਵੀ ਇਹਨਾਂ ਛੂਟ ਦਿੱਤੀ ਆ। ਅਗਰ ਤੁਸੀਂ ਵਿਜ਼ਿਟ ਵੀਜ਼ੇ ਤੇ ਆਏ ਹੋ, ਫਰਜ਼ ਕਰੋ ਤੁਹਾਨੂੰ ਕੁੜੀ ਪਸੰਦ ਆ ਗਈ, ਤੁਸੀਂ ਸ਼ਾਦੀ ਕਰਨਾ ਚਾਹੁੰਦੇ ਹੋ ਔਰ ਤੁਸੀਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ, ਜਿਸ ਤਰ੍ਹਾਂ ਅਫਗਾਨਿਸਤਾਨ ਦੀ ਇੱਕ ਸਿਚੁਏਸ਼ਨ ਪਿੱਛੇ ਕ੍ਰੀਏਟ ਹੋ ਗਈ ਸੀ, ਠੀਕ ਹੈ ਨਾ, ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਟੇਕ ਓਵਰ ਕੀਤਾ, ਦੂਜੀ ਗਵਰਨਮੈਂਟ ਨੇ, ਇਸੇ ਤੁਸੀਂ ਇੱਥੋਂ ਰਹਿ ਕੇ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਬੜੀ ਐਕਸੈਪਸ਼ਨਲ ਸਰਕਮਸਟੈਂਸ ਨੇ, ਜਾਂ ਤੁਸੀਂ ਇੱਥੇ ਆ ਕੇ ਤੁਰੰਤ ਬਿਮਾਰ ਹੋ ਗਏ ਹੋ, ਤੁਸੀਂ ਵਾਪਸ ਜਾਣ ਦੇ ਕਾਬਿਲ ਨਹੀਂ ਹੋ, ਮੈਡੀਕਲ ਰੀਜ਼ਨ ਹੈ ਜਾਂ ਕੋਈ ਵੀ ਐਸੀ ਰੀਜ਼ਨ, ਜਾਂ ਰੱਬ ਨਾ ਕਰੇ ਤੁਹਾਡੇ ਕੰਟਰੀ 'ਚ ਵਾਰ ਸ਼ੁਰੂ ਹੋ ਗਈ ਆ ਜਾਂ ਕੋਈ ਪੋਲੀਟੀਕਲ ਸਿਚੁਏਸ਼ਨ ਖਰਾਬ ਹੋ ਗਈ ਆ, ਠੀਕ ਆ, ਤੇ ਅਗਰ ਇਸ ਤਰ੍ਹਾਂ ਦੀ ਕੋਈ ਵਜ੍ਹਾ ਹੋ ਤੇ ਫਿਰ ਤੁਸੀਂ ਵਿਜ਼ਿਟਰ ਤੋਂ ਕਿਸੇ ਵਿੱਚ ਵੀ ਚੇਂਜ ਕਰ ਸਕਦੇ ਹੋ। ਵੈਸੇ ਨੋਰਮਲੀ ਵਿਜ਼ਿਟ ਮਤਲਬ ਵਿਜ਼ਿਟ ਕਰਨਾ ਹੀ ਹੁੰਦਾ ਨੋਰਮਲੀ। ਲੇਕਿਨ ਕੁਐਸਚਨ ਇਹ ਸੀ ਵੀ ਜਿਹੜੇ ਉਹ ਵੀਜ਼ੇ ਆ ਉਹ ਇੱਕ ਦੂਸਰੇ ਨਾਲ ਚੇਂਜ ਹੋ ਸਕਦੇ ਜੀ, ਦੂਸਰੇ ਵੀਜ਼ੇ ਜਿਹੜੇ ਦੂਸਰੇ ਵੀਜ਼ੇ ਫਰਜ਼ ਕਰੋ ਗਲੋਬਲ ਟੈਲੈਂਟ ਵੀਜ਼ੇ ਤੇ, ਹਾਂਜੀ ਉਹ ਜੇ ਕੋਈ ਗਲੋਬਲ ਟੈਲੈਂਟ ਵੀਜ਼ੇ ਤੇ ਕੋਈ ਲੜਕਾ ਜਾਂ ਲੜਕੀ ਆ ਜਾਂਦੀ ਆ, ਫਿਰ ਉਹਦਾ ਇੱਥੇ ਵਿਆਹ ਹੋ ਜਾਂਦਾ, ਹਾਂਜੀ ਉਹ ਕਰ ਸਕਦਾ। ਹਾਂਜੀ ਤੁਸੀਂ ਕੋਈ ਵੀ ਵੀਜ਼ਾ ਯੂਕੇ ਦੇ ਅੰਦਰ ਰਹਿ ਕੇ ਚੇਂਜ ਕਰ ਸਕਦੇ ਹੋ, ਸਵਾਏ ਵਿਜ਼ਿਟ ਵੀਜ਼ੇ ਤੋਂ, ਸਵਾਏ ਸੀਜ਼ਨਲ ਵੀਜ਼ੇ ਤੋਂ, ਜਾਂ ਸਵਾਏ ਕੋਈ ਡੋਮੈਸਟਿਕ ਵਰਕਰ ਵੀਜ਼ਾ ਹੋਵੇ, ਕਿਉਂਕਿ ਇਹ 2-3 ਕੈਟਾਗਰੀਆਂ ਆ ਗਈਆਂ, ਜਾਂ ਸ਼ਾਰਟ ਟਰਮ ਸਟੂਡੈਂਟ ਵੀਜ਼ੇ ਤੇ, ਇਹ 3-4 ਕੈਟਾਗਰੀਆਂ ਆ ਗਈਆਂ। ਇਸੇ ਤੁਸੀਂ ਯੂਕੇ 'ਚ ਆਏ ਹੋ ਤੇ ਚੇਂਜ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਤੁਸੀਂ ਸਟੂਡੈਂਟ ਤੇ ਆਏ ਹੋ ਤੇ ਤੁਸੀਂ ਵਿਆਹ ਵਾਲੇ ਵੀਜ਼ੇ ਚੇਂਜ ਕਰ ਸਕਦੇ ਹੋ, ਸਟੂਡੈਂਟ ਤੇ ਆਏ ਹੋ ਤੇ ਤੁਸੀਂ ਗਲੋਬਲ ਟੈਲੈਂਟ ਤੇ ਜਾ ਸਕਦੇ ਹੋ, ਸਟੂਡੈਂਟ ਤੇ ਆਏ ਤੇ ਤੁਸੀਂ ਵਰਕ ਪਰਮਿਟ ਜਾ ਸਕਦੇ ਹੋ। ਬਾਕੀ ਹਰ ਵੀਜ਼ਾ ਇੰਟਰਚੇਂਜ ਹੋ ਜਾਂਦਾ, ਸਿਰਫ ਵਿਜ਼ਟਰ ਵੀਜ਼ਾ, ਸ਼ਾਰਟ ਟਰਮ ਸਟੱਡੀ ਵੀਜ਼ਾ, ਡੋਮੈਸਟਿਕ ਵੀਜ਼ਾ ਔਰ ਦੂਸਰਾ ਮੈਂ ਦੱਸਾਂ ਤੁਹਾਨੂੰ ਸੀਜ਼ਨਲ ਵੀਜ਼ਾ, ਇਸੇ ਚੇਂਜ ਨਹੀਂ ਕਰ ਸਕਦੇ ਤੁਸੀਂ। ਠੀਕ ਹੈ ਜੀ। ਹਾਂਜੀ, ਤੇ ਬਿਲਕੁਲ ਜੀ। ਤੇ ਨਾਲ ਦੀ ਨਾਲ ਹੁਣ ਜਿੱਦਾਂ ਆਪਾਂ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਛੋਟਾ ਜਿਹਾ ਕੁਐਸਚਨ ਹੋਵੇ ਤਾਂ ਤੁਸੀਂ ਵੀ ਜ਼ਰੂਰ ਜਵੇਦ ਜੀ ਦੇ ਨਾਲ ਸਾਂਝਾ ਕਰ ਸਕਦੇ ਹੋ, ਪੁੱਛ ਸਕਦੇ ਹੋ, ਪਰ ਕੋਸ਼ਿਸ਼ ਇੰਨੀ ਕੁ ਰੱਖਣੀ ਹੈ ਕਿ ਕੁਐਸਚਨ ਬਹੁਤ ਜਿਹੜਾ ਛੋਟਾ ਹੋਵੇ, ਕਿਉਂਕਿ ਟਾਈਮ ਤਾਂ ਬਹੁਤ ਲਿਮਿਟਡ ਹੁੰਦਾ। ਤੇ ਬਿਲਕੁਲ ਜੇ ਨਾਲ ਜਵੇਦ ਜੀ ਜਿੱਥੇ ਚਲੋ ਇਹ ਇਮੀਗ੍ਰੇਸ਼ਨ ਦੀ ਗੱਲ ਹੋ ਗਈ, ਤੇ MNST ਦੀ ਜਿਹੜੀ ਤੁਸੀਂ ਆਪਾਂ ਸ਼ੁਰੂ ਦੇ ਵਿੱਚ ਥੋੜੀ ਜਿਹੀ ਗੱਲ ਕਰ ਵੀ ਲਈ ਸੀ, ਹਾਂਜੀ ਹੁਣ ਕੋਈ ਆਪਾਂ ਨੂੰ ਡੇਟ ਮਿਲ ਗਈ ਆ ਮੋਹਰੇ ਜੀ 19 ਜੁਲਾਈ ਦੀ, ਜਾਂ ਕਨਫਰਮ ਹੋ ਗਿਆ ਜਾਂ ਕੁਛ? ਅੱਛਾ ਭਾਜੀ, ਜਿਹੜੀ 19 ਜੁਲਾਈ ਨੂੰ ਜਿਹੜੇ 1 ਲੱਖ ਸਾਈਨ ਜਿਹੜੇ KTV ਨੇ ਅਜੀਤ ਭਾਈ ਨੇ ਸਟਾਰਟ ਕੀਤੀ ਸੀ, ਬੜੀ ਲੋਕਾਂ ਨੂੰ ਐਜੂਕੇਟ ਕੀਤਾ ਸੀ, ਸਾਈਨ ਨਹੀਂ ਕਰਵਾਏ ਸਨ, ਇੱਕ ਬੜਾ ਅਹਿਮ ਕਲੀਦੀ ਕਿਰਦਾਰ ਅਦਾ ਕੀਤਾ ਸੀ। 19 ਜੁਲਾਈ ਤੋਂ ਬਾਅਦ ਇਸ ਤੇ ਕੋਈ ਖਾਸ ਡਿਵੈਲਪਮੈਂਟ ਨਹੀਂ ਹੈ। ਇਸ ਟਾਈਮ ਜਿਹੜੀ ਬਹਿਸ ਹੋ ਰਹੀ ਹੈ ਜਾਂ ਨੈਸ਼ਨੈਲਿਟੀ ਐਂਡ ਬਾਰਡਰ ਬਿੱਲ ਆਊਗਾ, ਇਸ ਤੇ ਬਹਿਸ ਹੋ ਰਹੀ ਹੈ ਕਾਫੀ। ਠੀਕ ਹੈ। ਇੱਕ ਸੌਰੀ ਮੈਂ ਤੁਹਾਨੂੰ ਟੋਕਦਾ, ਇੱਕ ਕਾਲ ਆ ਗਈ ਜੀ, ਪਹਿਲਾਂ ਆਪਾਂ ਦੇਖ ਲੈਂਦੇ ਕਾਲ। ਹੈਲੋ ਭਾਜੀ, ਅਸੀਂ ਵਕੀਲ ਸਾਹਿਬ ਜੀ ਨੂੰ ਕੁਐਸਚਨ ਪੁੱਛ ਸਕਦੇ ਹਾਂ? ਹਾਂਜੀ ਲਾਈਵ ਆ ਜੀ, ਤੇ ਤੁਸੀਂ ਸੁਣ ਰਹੇ ਤੁਹਾਨੂੰ ਜਵੇਦ ਰਸ਼ੀਦੀ ਤੋਂ ਪੁੱਛੋ ਕੁਐਸਚਨ ਜੀ। ਠੀਕ ਹੈ ਭਾਜੀ ਐਕਚੁਅਲੀ ਮੇਰੇ ਬ੍ਰਦਰ ਦੀ ਨਾ ਮੈਰਿਜ ਜਿੱਦਾਂ ਲੜਕੀ ਦਾ ਹੋਈ ਹੈ, ਤਾਂ ਉਹ ਜਿਹੜੇ ਕੋਲ ਵੀਜ਼ਾ ਨਹੀਂ ਹੈਗਾ, ਉਹ ਸਟੂਡੈਂਟ ਵੀਜ਼ੇ ਤੇ ਆਏ ਸੀਗੇ, ਉਸ ਤੋਂ ਬਾਅਦ ਵੀਜ਼ਾ ਲੰਘ ਗਿਆ, ਉਹਨਾਂ ਨੇ ਅਸਾਈਲਮ ਲਗਾਤਾ ਕਿਉਂਕਿ ਉਹ ਡਿਟੈਂਸ਼ਨ ਸੈਂਟਰ ਤੋਂ ਲਗਾਇਆ ਸੀ। ਉਹ ਹੁਣ ਉਹ ਵੀ ਰਿਫਿਊਜ਼ ਹੋ ਚੁੱਕਾ ਹੈ 4 ਸਾਲ ਬਾਅਦ। ਸਰ ਇਹ 5 ਸਾਲ ਤੋਂ ਰਿਲੇਸ਼ਨਸ਼ਿਪ 'ਚ ਆ, ਤਾਂ ਇਹਨਾਂ ਦੀ ਰਜਿਸਟਰ ਵੀ ਹੋ ਗਈ ਆ, ਰਿਲੀਜਨ ਮੈਰਿਜ ਵੀ ਹੋ ਗਈ ਆ, ਤਾਂ ਮੇਰੇ ਬ੍ਰਦਰ ਦੀ ਜਿਹੜੀ ਇਨਕਮ ਆ ਉਹ ਵੀ 35,000 ਆ, ਤਾਂ ਆਪਾਂ ਅਪਲਾਈ ਕਰ ਸਕਦੇ ਹਾਂ ਇੱਥੋਂ ਐਜ਼ ਅ ਸਪਾਊਸ, ਜਾਂ ਏਦਾਂ ਕੋਈ 10 ਸਾਲਾਂ ਦੇ ਰੂਟ 'ਚ ਜਾਂ ਕਿੱਦਾਂ ਕੋਈ ਅਪਲਾਈ ਹੋ ਸਕਦਾ ਹੈ, ਕਿਉਂਕਿ ਉਹਨਾਂ ਨੂੰ ਇੰਡੀਆ ਹੀ ਜਾਣਾ ਪਊਗਾ। ਨਹੀਂ, ਮਾਫ ਕਰਨਾ, ਇੱਥੇ ਪਹਿਲਾਂ ਮੈਂ ਇਸ ਤੋਂ ਪਹਿਲਾਂ ਕਿ ਜਵੇਦ ਜੀ ਆਨਸਰ ਦੇਣ ਤੁਹਾਡੇ ਕੁਐਸਚਨ ਦਾ, ਤੇ ਮੈਂ ਪੁੱਛਣਾ ਚਾਹੁੰਦਾ ਜੀ ਕਿ ਜਿਹੜਾ ਉਹਨਾਂ ਦੇ ਜਿਹਦੇ ਨਾਲ ਮੈਰਿਜ ਹੋਈ ਆ ਜੀ, ਜਿਸ ਲੜਕੀ ਨਾਲ, ਉਹ ਬ੍ਰਿਟਿਸ਼ ਆ ਜਾਂ ਉਹ ਵੀ ਕੱਚੀ ਹੈ ਜੀ? ਉਹ ਕੱਚੀ ਹੈ। ਮੇਰੇ ਬ੍ਰਦਰ ਪੱਕੇ ਇੱਥੇ, ਉਹਨਾਂ ਕੋਲ ਸਟੇ ਪਰਮਾਨੈਂਟਲੀ ਸਟੇ ਉਹਨਾਂ ਕੋਲ 25 ਸਾਲ ਹੋ ਗਏ ਪੱਕੇ ਆ। ਠੀਕ ਹੈ ਜੀ। ਠੀਕ ਹੈ ਭਾਜੀ। ਅੱਛਾ ਭੈਣ ਜੀ, ਥੈਂਕ ਯੂ ਸਵਾਲ ਕਰਨ ਦਾ। ਜਿਹੜਾ ਕੱਚਾ ਬੰਦਾ ਪੱਕੇ ਬੰਦੇ ਨਾਲ ਸ਼ਾਦੀ ਕਰੇ, ਇੱਕ ਬੜਾ ਸਵਾਲ ਨੂੰ ਮੈਂ ਤਫਸੀਲ ਨਾਲ ਦੱਸ ਦੇਣਾ ਤਾਂ ਕਿ ਬਾਕੀ ਸੁਣਨੇ ਵਾਲਿਆਂ ਨੂੰ ਫਾਇਦਾ ਹੋ। ਜਿਹੜਾ ਕੱਚਾ ਬੰਦਾ, ਇਲੀਗਲ ਬੰਦਾ ਪੱਕੇ ਬੰਦੇ ਨਾਲ ਸ਼ਾਦੀ ਕਰੇ, ਨੋਰਮਲੀ ਇੱਥੇ ਦੀ ਗਵਰਨਮੈਂਟ ਕਹਿੰਦੀ ਆ ਕਿ ਤੁਸੀਂ ਵਾਪਸ ਜਾ ਕੇ ਐਂਟਰੀ ਕਲੀਅਰੈਂਸ ਲੈ ਕੇ ਆਓ। ਸਿਰਫ 2-3 ਸੂਰਤਾਂ 'ਚ ਵੀਜ਼ਾ ਮਿਲ ਸਕਦਾ, ਜਾਂ ਉਹ ਕੁੜੀ ਪ੍ਰੈਗਨੈਂਟ ਹੋ ਜਾਊ, ਜਾਂ ਉਸ ਬੰਦੇ ਨਾਲ ਜਿਸ ਨਾਲ ਸ਼ਾਦੀ ਕੀਤਾ ਉਸ ਨਾਲ ਪਹਿਲੇ ਦਾ ਕੋਈ ਬੱਚਾ ਹੋਵੇ,
ਠੀਕ ਹੈ, ਜਾਂ ਆਪਾਂ ਇਹ ਸ਼ੋਅ ਕਰ ਸਕੀਏ ਕਿ ਉਸ ਬੰਦੇ ਦੇ ਆਪਣੇ ਕੰਟਰੀ 'ਚ ਵਾਪਸ ਜਾਣੇ ਦੀ ਵਜ੍ਹਾ ਤੋਂ ਉਸ ਬੰਦੇ ਦੀ ਜਿਹੜਾ ਬ੍ਰਿਟਿਸ਼ ਬੰਦਾ ਉਸ ਦੇ ਜਿਹੜੇ ਰਾਈਟਸ ਹੈਗੇ ਇਸ ਕੰਟਰੀ ਦੇ ਅੰਦਰ ਉਸ ਤੇ ਅਸਰ ਪਾਊਗਾ। ਠੀਕ ਹੈ, ਨਾਰਮਲੀ ਐਜ਼ ਅ ਅਸੂਲ ਇਹ ਹੁੰਦਾ ਕਿ ਜਿਹੜਾ ਕੱਚਾ ਬੰਦਾ ਪੱਕੇ ਬ੍ਰਿਟਿਸ਼ ਬੰਦੇ ਨਾਲ ਸ਼ਾਦੀ ਕਰੇ ਉਹਨੂੰ ਵਾਪਸ ਜਾਣਾ ਪੈਂਦਾ। ਇਹ ਇੱਕ ਗਵਰਨਮੈਂਟ ਨੇ ਹੋਮ ਆਫਿਸ ਦੇ ਅਸੂਲ ਰੱਖਿਆ। ਠੀਕ ਹੈ, ਅਗਰ ਤੁਸੀਂ ਬੇਸ਼ੱਕ 35,000 ਕੇ 70,000 ਵੀ ਕਮਾ ਲਓ, ਅਗਰ ਤੁਸੀਂ ਕੱਚੇ ਬੰਦੇ ਨਾਲ ਸ਼ਾਦੀ ਕੀਤੀ ਉਹ ਕਹੋਗੇ ਤੁਸੀਂ ਵਾਪਸ ਜਾਓ ਫਿਰ ਵੀਜ਼ਾ ਲੈ ਕੇ ਆਓ। ਉਹਨਾਂ ਬੰਦਿਆਂ ਨੂੰ ਵੀਜ਼ਾ ਮਿਲਦੇ ਜਿਨ੍ਹਾਂ ਦੇ ਬੱਚੇ ਹੁੰਦੇ ਜਾਂ ਜਿਹੜੀ ਕੁੜੀਆਂ ਪ੍ਰੈਗਨੈਂਟ ਹੋ ਜਾਂਦੀਆਂ। ਹੁਣ ਤੁਸੀਂ ਇੱਕ ਹੋਰ ਸੀ ਗੱਲ ਦੱਸੀਏ ਕਿ ਉਸ ਭੈਣ ਜੀ ਨੇ ਸਾਇਲਮ ਕੀਤਾ ਸੀ, ਅਗਰ ਸਾਇਲਮ ਕੀਤਾ ਹੋਵੇ ਔਰ ਇਹ ਆਪਾਂ ਸ਼ੋਅ ਕਰ ਦੇਵੇ ਕਿ ਵਾਪਸ ਜਾਣੇ ਤੋਂ ਇਹਦੀ ਜਾਨ ਤੋਂ ਖਤਰਾ ਹੈ, ਫਿਰ ਹੋਮ ਆਫਿਸ ਐਕਸੈਪਸ਼ਨਲ ਬੇਸਿਸ ਤੇ ਉਹਨੂੰ ਅਲਾਉ ਕਰ ਦੇਗੀ ਵੀਜ਼ੇ ਦੀ, ਫਿਰ ਉਹ 10 ਸਾਲਾਂ ਦੇ ਰੂਟ ਤੇ ਉਹਨੂੰ ਵੀਜ਼ਾ ਮਿਲ ਜਾਂਦਾ। ਠੀਕ ਹੈ ਭੈਣ ਜੀ? ਠੀਕ ਹੈ, ਹਾਂਜੀ ਬਿਲਕੁਲ ਜੀ, ਥੈਂਕ ਯੂ। ਹੋ ਸਕਦਾ ਜੀ ਕਲੀਅਰ ਹੋ ਗਿਆ ਹੋਗਾ ਉਹਨਾਂ ਨੂੰ। ਬਾਕੀ ਮਜ਼ੀਦ ਅਸੀਂ ਐਡਵਾਈਸ, ਕਿਉਂਕਿ ਅਸੀਂ ਜਨਰਲ ਐਡਵਾਈਸ ਦਿੰਦੇ ਆ, ਮਜ਼ੀਦ ਐਡਵਾਈਸ ਅਸੀਂ ਕੇਸ ਦੇ ਸਰਕਮਸਟੈਂਸਿਸ ਤੱਕ ਕੇ ਸਾਹਮਣੇ ਇੱਕ ਉਸ ਦੀ ਸਿਚੁਏਸ਼ਨ ਰੱਖ ਕੇ ਦੇ ਸਕਦੇ ਹਾਂ। ਕਿਉਂਕਿ ਹੋਮ ਆਫਿਸ ਵੀ ਕਹਿੰਦਾ ਕਿ ਵਨ ਸਾਈਜ਼ ਡਜ਼ਨਟ ਫਿਟ ਆਲ, ਇੱਕ ਰੂਲ ਸਾਰਿਆਂ ਤੇ ਨਹੀਂ ਲੱਗਦਾ, ਉਹ ਕੇਸ ਤੇ ਕੇਸ ਬੇਸ ਤੇ ਤੱਕਦੇ ਹਨ। ਅਸੀਂ ਹੋ ਸਕਦੇ ਹਾਂ ਇਹ ਵੀ ਕਹਿ ਦਈਏ ਕਿ ਉਸ ਭੈਣ ਜੀ ਨੂੰ ਕਿਉਂ ਸਾਇਲਮ ਦੀ ਵਜ੍ਹਾ ਤਾਂ ਹੀ ਲਿੱਤਾ ਸੀ ਕਿ ਵਾਪਸ ਆਪਣੇ ਦੇਸ਼ ਜਾ ਨਹੀਂ ਸਕਦੀ, ਇਸ ਦੌਰਾਨ ਇੰਡੀਅਨ ਨਾਗਰਿਕ ਨਾਲ ਸ਼ਾਦੀ ਹੋ ਗਈ, ਜਾਂ ਸੌਰੀ ਬ੍ਰਿਟਿਸ਼ ਨਾਗਰਿਕ ਨਾਲ ਸ਼ਾਦੀ ਹੋ ਗਈ, ਇੰਡੀਆ ਜਾ ਨਹੀਂ ਸਕਦੀ, ਹੋ ਸਕਦਾ ਹੋਮ ਆਫਿਸ ਦੇ ਵੀ ਦੇਵੇ ਤੇ ਉਹ ਫਿਰ ਆਪਾਂ ਤਾਂ ਹੀ ਇੱਕ ਮੁਲਾਕਾਤ ਦੱਸ ਸਕਦੇ ਹਾਂ। ਕਿਉਂਕਿ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਜਿਹੜਾ ਉਹਦਾ ਲੜਕੀ ਦਾ ਪੋਲੀਟੀਕਲ ਅਸਾਈਲਮ ਲੱਗਿਆ ਸੀ ਸ਼ਾਇਦ ਉਹ ਵੀ ਰਿਫਿਊਜ਼ ਹੋ ਚੁੱਕਾ ਸੀ, ਇਸੇ ਕਰਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਸੀ। ਜੋ ਬਿਲਕੁਲ ਜੀ, ਤੇ ਜਿਆਦਾ ਤੁਸੀਂ ਹੋਰ ਪ੍ਰੋਪਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਸਟੂਡੀਓ ਦੇ ਵਿੱਚੋਂ ਫੋਨ ਲੈ ਕੇ ਬਾਅਦ ਦੇ ਵਿੱਚ ਅਪਾਇੰਟਮੈਂਟ ਬਣਾ ਕੇ ਫਿਰ ਤੁਸੀਂ ਪ੍ਰੋਪਰ ਮਿਲ ਵੀ ਸਕਦੇ ਆ। ਤੇ ਬਿਲਕੁਲ ਜੀ, ਤੇ ਇਹ ਤਾਂ ਚਲੋ ਹਾਂ ਦੇਖ ਲਓ ਵੱਖਰੀ ਕਿਸਮ ਦਾ ਕੇਸ ਨਿਕਲਿਆ, ਆਪਾਂ ਕੋਲ ਲਈ ਤੇ ਇਹਦੇ ਵਿੱਚੋਂ ਆ ਗਿਆ। ਭਾਜੀ ਮੈਂ ਦੱਸਣਾ ਕਿ ਅਸੂਲ ਜਿਹੜੇ ਬੰਦੇ ਇਲੀਗਲ ਹੋ ਜਾਵਣ ਨਾ, ਠੀਕ ਹੈ, ਉਹਨਾਂ ਨੂੰ ਟਰੈਕ ਤੇ ਚਲਾਉਣ ਵਾਸਤੇ ਫਿਰ ਆਪਾਂ ਨੂੰ ਇੱਕ ਹੀ ਚੀਜ਼ ਸ਼ੋਅ ਕਰਨੀ ਪੈਂਦੀ ਹੈ ਕਿ ਆਪਾਂ ਦੀ ਇਸ ਕੰਟਰੀ 'ਚ ਫੈਮਿਲੀ ਬਣ ਗਈ ਆ। ਠੀਕ ਹੈ, ਬੇਸ਼ੱਕ ਤੁਸੀਂ ਬ੍ਰਿਟਿਸ਼ ਨਾਲ ਸ਼ਾਦੀ ਕਰੋ ਜਾਂ ਜਿਸ ਮਰਜ਼ੀ ਨਾਲ ਕਰੋ, ਠੀਕ ਹੈ ਨਾ, ਫੈਮਿਲੀ ਬਣ ਗਈ ਹੈ। ਫੈਮਿਲੀ ਕਿਦੋਂ ਬਣਦੀ ਹੈ? ਜਾਂ ਉਸ ਬੰਦੇ ਦੇ ਪਹਿਲੇ ਤੋਂ ਬੱਚੇ ਹੋਵਣ, ਜਾਂ ਤੁਸੀਂ ਖੁਦ ਮੈਂ ਕਹਿ ਰਿਹਾ ਪ੍ਰੈਗਨੈਂਟ ਹੋਵੇ, ਜਾਂ ਤੁਹਾਡੇ ਕੰਟਰੀ 'ਚ ਕੋਈ ਐਸੀ ਕੋਈ ਸਿਚੁਏਸ਼ਨ ਹੋ ਗਈ ਆ ਤੁਸੀਂ ਵਾਪਸ ਜਾ ਨਹੀਂ ਸਕੋ, ਜਾਂ ਤੁਸੀਂ ਇਹ ਕਹੋ ਕਿ ਮੇਰੇ ਜਾਣ ਨਾਲ ਇਸ ਬ੍ਰਿਟਿਸ਼ ਬੰਦੇ ਦੀ ਫਰਜ਼ ਕਰੋ ਜ਼ਿੰਦਗੀ ਤੇ ਕੋਈ ਅਸਰ ਪੈ ਸਕਦਾ, ਉਹ ਫਿਰ ਆਪਾਂ ਸਰਕਮਸਟੈਂਸਿਸ ਕਸਟਮਾਈਜ਼ ਯਾਨੀ ਕਿ ਉਹਦੇ ਮੁਤਾਬਿਕ ਫਿਟ ਕਰਨੇ ਪੈਂਦੇ। ਹੋਮ ਆਫਿਸ ਨੂੰ ਕਨਵਿੰਸ ਕਰਨਾ ਪੈਂਦਾ, ਫਿਰ ਐਪਲੀਕੇਸ਼ਨ 276 AD ਦੀ ਪੈਂਦੀ। ਠੀਕ ਹੈ, ਤੇ ਉਹ ਫਿਰ ਜੀ ਬਿਲਕੁਲ ਜੀ। ਤਾਂ ਆਪਾਂ ਉੱਥੇ ਆਪਾਂ ਐਮਨੈਸਟੀ ਤੇ ਆਈਏ, ਉੱਥੇ ਗੱਲ ਛੱਡੀ ਸੀ ਜੀ ਭਾਜੀ। ਐਮਨੈਸਟੀ ਦੇਖੋ, ਅਸੀਂ ਹਾਲੀ ਵੀ ਐਮਨੈਸਟੀ ਦਾ ਹੱਥ ਨਹੀਂ ਛੱਡਾਂਗੇ, ਕਿਉਂਕਿ ਐਮਨੈਸਟੀ ਦੀ ਜਿਹੜੀ ਮੈਂ ਸ਼ੁਰੂ 'ਚ ਆਖਿਆ ਸਾਡੀ ਮੰਗ ਗਲਤ ਨਹੀਂ ਹੈਗੀ ਆ। ਅਸੀਂ ਉਹਨਾਂ ਲੋਕਾਂ ਨੂੰ ਸਪੋਰਟ ਕਰ ਰਹੇ ਹਾਂ ਜਿਹੜੇ ਸਿਸਟਮ ਦੀ ਰਿਜਿਡਿਟੀ ਜਾਂ ਜਿਹੜੇ ਸਿਸਟਮ ਦੀ ਇਨਫਲੈਕਸੀਬਿਲਿਟੀ ਦੀ ਵਜ੍ਹਾ ਤੋਂ ਸਿਸਟਮ ਤੋਂ ਬਾਹਰ ਨਿਕਲ ਗਏ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਬੋਰਿਸ ਜੌਨਸਨ ਨੇ ਵੀ ਗੱਲ ਆਖੀ ਆ ਔਰ ਬਾਕੀ ਮਿਨਿਸਟਰਾਂ ਨੇ 19 ਜੁਲਾਈ ਨੂੰ ਵੀ ਮੰਨੀ ਆ। ਇਹ ਕਿ ਮੈਂ ਆਪਣੀ ਵਕਾਲਤ ਚਮਕਾਣੇ ਵਾਸਤੇ ਜਾਂ ਬਿਜ਼ੀ ਕਰਨੇ ਵਾਸਤੇ ਨਹੀਂ ਕਹਿ ਰਿਹਾ, ਇਹ ਇਸ਼ੂ ਉਹਨਾਂ ਨੂੰ ਵੀ ਮੰਨੇ, ਕਿਉਂਕਿ ਯੂਕੇ ਦੀ ਇਮੀਗ੍ਰੇਸ਼ਨ ਪੋਲੀਟੀਕਲ ਏਜੰਡੇ ਤੇ ਵੀ ਬੇਸ ਕਰਦੀ ਆ ਐਜ਼ ਵੀ ਨੋ। ਠੀਕ ਆ, ਤੇ ਹੁਣ ਇਸ ਟਾਈਮ ਕਿਉਂਕਿ ਇੰਗਲਿਸ਼ ਚੈਨਲ ਦਾ ਥੋੜਾ ਮਸਲਾ ਪੈ ਗਿਆ, ਅਸੀਂ ਹੁਣ ਪਾਰਲੀਮੈਂਟ ਦੇ ਸਾਹਮਣੇ ਕਿ ਦੁਬਾਰਾ ਜਾਈਏ ਤੇ ਉਹਨਾਂ ਸਟ੍ਰੇਟ ਅਵੇ ਇਹ ਪਾਰਲੀਮੈਂਟ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇਹ ਕਿਹਾ ਜਿਹੜਾ ਕਿ ਪਹਿਲੇ ਇੰਗਲਿਸ਼ ਚੈਨਲ ਤੋਂ ਬੰਦੇ ਆਲਰੇਡੀ ਆ ਰਹੇ, ਆਪਣੀ ਜਾਨਾਂ ਖੋ ਰਹੇ ਕਿ ਤੁਸੀਂ ਕਿਸ ਮੂੰਹ ਨਾਲ ਕਹਿ ਰਹੇ ਹੋ ਕਿ ਇਹਨਾਂ ਬੰਦੇ ਨੂੰ ਪੱਕਾ ਕਰੋ ਤੇ ਹੋਰ ਪੂਰੀ ਦੁਨੀਆ ਦੇ ਇਲੀਗਲ ਬੰਦੇ ਇੰਗਲਿਸ਼ ਚੈਨਲ ਥਰੂ ਯੂਕੇ ਚ ਵੜਾ ਹੋਣਗੇ। ਸਟ੍ਰੇਟ ਅਵੇ ਉਹਨਾਂ ਇਹ ਕਹਿ ਦੇਣਾ। ਇਸ ਵਾਸਤੇ ਮੇਰੇ ਖਿਆਲ ਵਿੱਚ ਇਸ ਦਾ ਬਿਹਤਰ ਹੈ ਕਿ ਸਹੀ ਵਕਤ ਦਾ ਇੰਤਜ਼ਾਰ ਕੀਤਾ ਜਾਵੇ। ਠੀਕ ਆ, ਇੱਥੇ ਦੀ ਜਿਹੜੀ ਲੇਬਰ ਦੀ ਸ਼ਾਰਟੇਜ ਹੋ ਗਈ ਆ ਉਹ ਇੱਕ ਚੰਗਾ ਮੁੱਦਾ ਹੈ। ਅਸੀਂ ਕਹਿ ਰਹੇ ਹਾਂ ਕੁਝ MP ਇਸ ਚੀਜ਼ ਨੂੰ ਐਡਰੈਸ ਕਰ ਵੀ ਰਹੇ ਨੇ, ਲੇਕਿਨ ਚੂੰਕਿ ਇਹ ਇੱਕ ਲਾਅ ਅਬਾਈਡਿੰਗ ਕੰਟਰੀ ਆ, ਇਹ ਕੰਟਰੀ ਜਿਹੜਾ ਅਗੇ ਜ਼ਿਆਦਾਤਰ ਅਸੂਲਾਂ ਤੇ ਜਾਂ ਪ੍ਰੈਸੀਡੈਂਟ ਪਿਛਲੀ ਮਿਸਾਲਾਂ ਤੇ ਚੱਲਦਾ, ਤੇ ਇਸ ਵਾਸਤੇ ਇਹ ਖੁੱਲ੍ਹੇਆਮ ਬਲੈਂਕਟ ਐਮਨੈਸਟੀ ਆਬਵੀਅਸਲੀ ਕਦੀ ਨਹੀਂ ਹੋਊਗੀ। ਲੇਕਿਨ ਯੂਕੇ ਦੀ ਫਿਰ ਅਸੀਂ ਪਹਿਲੇ ਵੀ ਆਖਿਆ ਸੀ ਕਿ 2-3 ਦਫਾ ਦੇ ਵੀ ਚੁੱਕੇ ਨੇ, ਅਸੀਂ ਇਹਨਾਂ ਨੂੰ ਫਿਰ ਉਹ ਯਾਦ ਕਰਾਵਾਂਗੇ ਕਿ ਜਿਸ ਤਰ੍ਹਾਂ ਪਹਿਲੇ ਤੁਸੀਂ 3 ਦਫਾ ਦੇ ਚੁੱਕੀ ਹੋ ਲੈਗਸੀ ਦੇ ਅੰਦਰ ਜਾਂ ਮੁਖਤਲਿਫ ਸਕੀਮਾਂ ਲਾ ਕੇ, ਹੁਣ ਵੀ ਤੁਸੀਂ ਲੇਬਰ ਦੀ ਸ਼ਾਰਟੇਜ ਬ੍ਰੈਕਸਿਟ ਤੋਂ ਬਾਅਦ ਜਿਹੜੀ ਹਿਸਟੋਰੀਕਲ ਇਵੈਂਟ ਹੋਇਆ ਇਸ ਬੇਸ ਤੇ ਤੁਸੀਂ ਇਸ ਤੇ ਗੌਰ ਕਰੋ। ਖਾਸ ਕਰ ਉਹਨਾਂ ਲੋਕਾਂ ਤੇ ਗੌਰ ਕਰੋ ਜਿਹੜੇ ਵੀਜ਼ਾ ਲੈ ਕੇ ਆਏ ਸਨ, ਜਾਂ ਉਹਨਾਂ ਲੋਕਾਂ ਤੇ ਗੌਰ ਕਰੋ ਜਿਨ੍ਹਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਸਿਸਟਮ ਦਾ ਹਿੱਸਾ ਰਹਿ ਸਕਣ, ਜਾਂ ਜਿਨ੍ਹਾਂ ਨੇ ਵਕਤ ਟਾਈਮ ਟੂ ਟਾਈਮ ਕੋਸ਼ਿਸ਼ ਕੀਤੀ ਕਿ ਆਪਣਾ ਇਮੀਗ੍ਰੇਸ਼ਨ ਦੇ ਨਾਲ ਹੱਥ ਮਿਲਾ ਕੇ ਚੱਲਦੇ ਰਹੀਏ। ਜਿਹੜਾ ਕੋਈ ਵੀ ਕੇਸ ਚੱਲਦਾ ਸੀ ਉਹਦੇ ਵਿੱਚ ਇਮੀਗ੍ਰੇਸ਼ਨ ਨੂੰ ਪ੍ਰੋਪਰ ਕੋਆਪਰੇਟ ਵੀ ਕੀਤਾ। ਅੱਛਾ, ਇੱਕ ਹੋਰ ਮੈਂ ਗੱਲ ਦੱਸਾਂ ਕਿ ਹੁਣ ਯੂਕੇ ਗਵਰਨਮੈਂਟ ਨੇ ਇੱਕ ਹੋਰ ਬੜਾ ਰੂਲ ਆਇਆ, ਰੂਲ ਤੇ ਨਹੀਂ ਆਇਆ ਲੇਕਿਨ ਕੋਰਟਾਂ ਦੇ ਜੱਜਾਂ ਨੇ ਆਖਿਆ ਕਿ ਜਿਹੜੇ ਲੋਕੀ ਟਾਈਮ ਟੂ ਟਾਈਮ ਕੋਸ਼ਿਸ਼ ਕਰਦੇ ਰਹੇ, ਇਮੀਗ੍ਰੇਸ਼ਨ ਦੀ ਐਪਲੀਕੇਸ਼ਨਾਂ ਪਾਉਂਦੇ ਰਹੇ, ਉਹਨਾਂ ਨੂੰ ਜ਼ਿਆਦਾ ਹੋਮ ਆਫਿਸ ਰਿਗਾਰਡ ਦਊਗੀ। ਜਿਹੜੇ ਬੰਦੇ ਬਿਲਕੁਲ ਹੀ ਬਦਮਾਸ਼ ਬਣ ਜਾਉਂਦੇ ਅਸੀਂ ਤਾਂ ਕੋਈ ਲਾਣੀ ਨਹੀਂ ਐਪਲੀਕੇਸ਼ਨ, ਤੇ ਇਹ ਵੀ ਇੱਕ ਬੜਾ ਮਿਸਕਨਸੈਪਸ਼ਨ ਹੋਗਾ ਆਮ ਜਨਤਾ ਦੇ ਜਾਂ ਲੋਕਾਂ ਦੇ ਦਿਲਾਂ 'ਚ,
ਉਹ ਜੇ ਫਾਈਲ ਲਾਓ ਨਾ ਫਾਇਦਾ ਕੀ ਆ, ਜਾਂ ਫਾਈਲ ਲਾ ਕੇ ਹੋਮ ਆਫਿਸ ਸਾਡੇ ਘਰ ਤੇ ਰੇਡ ਕਰ ਸਕਦੀ ਆ। ਰੇਡ ਤੇ ਭਾਜੀ ਅੱਜ ਕੱਲ੍ਹ ਵੈਸੇ ਵੀ ਕਰ ਸਕਦੀ। ਉਹਦੀ ਵਜ੍ਹਾ ਮੈਂ ਦੱਸਦਾ, ਪਿਛਲੇ ਹਫਤੇ ਹੋਮ ਆਫਿਸ ਨੇ ਜਿਨ੍ਹਾਂ ਲੋਕਾਂ ਕੋਲ ਬੀਜੇ ਨਹੀਂ, ਜਿਨ੍ਹਾਂ ਕੋਲ DVLA ਦੇ ਡਰਾਈਵਿੰਗ ਲਾਇਸੈਂਸ ਹਨ, ਸਾਰਿਆਂ ਨੂੰ ਚਿੱਠੀਆਂ ਕਰ ਰਹੇ ਕਿ ਤੁਹਾਡੇ ਡਰਾਈਵਿੰਗ ਲਾਇਸੈਂਸ ਅਸੀਂ ਕੈਂਸਲ ਕਰਾਂਗੇ। ਇਹ ਕਾਫੀ ਚਿੱਠੀਆਂ ਆ ਰਹੀਆਂ ਲੋਕਾਂ ਨੂੰ, ਠੀਕ ਹੈ। ਔਰ ਆਮ ਸ਼ੋਰ ਕਿ ਤੁਹਾਨੂੰ ਇੱਥੇ ਫੋਨ ਕਾਲ ਆਉਣਗੇ ਇਸ ਸਿਲਸਿਲੇ 'ਚ, ਚਿੱਠੀਆਂ ਭੇਜ ਰਹੇ ਕਿ ਭਾਈ ਸਾਹਿਬ ਵੀਜ਼ਾ ਨਹੀਂ ਹੈ, ਡਰਾਈਵਰੀ ਕਿਸ DVLA ਦੇ ਲਾਇਸੈਂਸ ਤੁਸੀਂ ਵਾਪਸ ਕਰੋ ਸਾਡੇ। ਇਹ ਵੀ ਅੱਜ ਕੱਲ੍ਹ ਚੱਲ ਰਿਹਾ। ਤੇ ਕਹਿਣ ਦਾ ਮਤਲਬ ਇਹ ਹੈ ਕਿ ਐਪਲੀਕੇਸ਼ਨ ਲਾਣੇ ਨਾਲ ਉਹਨਾਂ ਨੂੰ ਕੀ ਪਤਾ ਲੱਗੂਗਾ, ਉਹਨਾਂ ਕੋਲ ਆਲਰੇਡੀ ਤੁਹਾਡੀ ਇਨਫੋਰਮੇਸ਼ਨ ਹੈਗੀ ਆ, ਪੂਰਾ ਡਾਟਾ ਹੈਗਾ ਉਹਨਾਂ ਦੇ ਕੋਲ। ਅੱਛਾ, ਇਸ ਗੱਲ ਤੋਂ ਮੈਂ ਅਗਲੀ ਗੱਲ ਚੱਕਾਂ। ਉਹ ਕਹਿ ਰਹੇ ਨੇ ਕਿ ਜਿਨ੍ਹਾਂ ਲੋਕਾਂ ਦੀਆਂ ਐਪਲੀਕੇਸ਼ਨਾਂ ਲੱਗੀਆਂ ਪਈਆਂ, ਠੀਕ ਆ, ਉਹਨਾਂ ਦੇ ਡਰਾਈਵਿੰਗ ਲਾਇਸੈਂਸ ਕੈਂਸਲ ਨਹੀਂ ਕਰਾਂਗੇ। ਜਿਨ੍ਹਾਂ ਨੇ ਐਪਲੀਕੇਸ਼ਨਾਂ ਲਾਈਆਂ, ਸਾਡਾ DVLA ਦਾ ਲੈਟਰ ਮਿਲਣ ਤੋਂ ਬਾਅਦ ਅਸੀਂ ਉਹਨਾਂ ਦੇ ਕੈਂਸਲ ਕਰਨ ਦੇ ਮਜਾਜ਼ ਅੱਗੇ, ਕਿਉਂਕਿ ਇਹਨਾਂ ਪਹਿਲੇ ਕਿਉਂ ਨਹੀਂ ਐਪਲੀਕੇਸ਼ਨ ਲਾਈ, ਕਿਉਂਕਿ ਸਾਡੇ ਨਾਲ ਇਹ ਹੋਈ ਆ, ਅਸੀਂ ਕੇਸ ਰੀਸੈਂਟਲੀ ਕਰ ਰਹੇ ਹਾਂ ਡੀਲ। ਤੇ ਇਸ ਵਾਸਤੇ ਤੁਸੀਂ ਕਾਨੂੰਨ ਦੇ ਸਹੀ ਤਰੀਕੇ ਨਾਲ ਉਸਦਾ ਇਸਤੇਮਾਲ ਕਰੋ ਤੇ ਫਾਇਦਾ ਹੈਗਾ। ਇਹ ਮੈਂ ਜ਼ਰੂਰ ਅਰਜ਼ ਕਰਾਂਗਾ ਇਸ ਪਲੇਟਫਾਰਮ ਦੇ ਥਰੂ। ਇਸੇ ਤਰ੍ਹਾਂ ਹੋ ਗਿਆ ਜਿਵੇਂ ਕਿ ਫॉर ਡਿਟੇਲ ਦੇ ਵਿੱਚ ਮੈਂ ਥੋੜਾ ਇਦਾਂ ਦੱਸ ਦਿੰਦਾ ਕਿ ਜਿਵੇਂ ਕਿ ਫॉर ਐਗਜ਼ਾਮਪਲ ਕੋਈ ਸਟੂਡੈਂਟ ਇੱਥੇ ਆਇਆ ਹੋ, 2 ਸਾਲ ਦੇ ਵੀਜ਼ੇ ਤੇ ਆਇਆ ਸਟੂਡੈਂਟ, ਤੇ ਉਹ 2 ਸਾਲ ਸਟੱਡੀ ਕਰਦਾ, ਆਪਣੀ ਯੂਨੀਵਰਸਿਟੀ ਵਿੱਚ ਜਾਂਦਾ ਤੇ ਇੱਥੇ ਲਾਇਸੈਂਸ ਅਪਲਾਈ ਕਰ ਦਿੰਦਾ, ਤਾਂ ਉਹਨੂੰ 2 ਸਾਲ ਦਾ ਲਾਇਸੈਂਸ ਮਿਲ ਜਾਂਦਾ, ਜਿਹੜਾ ਉਹਦੀ ਐਕਸਪਾਇਰੀ ਡੇਟ ਉਹ 2 ਸਾਲ ਦੀ ਹੁੰਦੀ ਆ। ਪਰ ਉਸ ਤੋਂ ਪਹਿਲਾਂ ਕਿਸੇ ਕਾਰਨ ਕਰਕੇ ਉਹ ਯੂਨੀਵਰਸਿਟੀ ਨਹੀਂ ਜਾਂਦਾ, ਯੂਨੀਵਰਸਿਟੀ ਬੰਦ ਹੋ ਜਾਂਦੀ ਹੈ ਜਾਂ ਫੀਸ ਨਹੀਂ ਦੇ ਪਾਉਂਦਾ, ਤਾਂ ਉਹਦਾ ਵੀਜ਼ਾ ਉੱਥੇ ਫਿਨਿਸ਼ ਹੋ ਜਾਂਦਾ, ਤਾਂ ਉਹ ਲਾਇਸੈਂਸ ਵੀ ਉਹਦਾ ਫਿਰ ਉਹ ਪਹਿਲਾਂ ਹੀ ਫਿਨਿਸ਼ ਹੋ ਜਾਂਦਾ ਜੀ, ਉਹ 2 ਸਾਲ ਤੱਕ ਨਹੀਂ ਰਹਿੰਦਾ ਜੀ। ਬਿਲਕੁਲ ਇਹੀ ਗੱਲ ਹੈ। ਨੋਰਮਲੀ ਯੂਨੀਵਰਸਿਟੀਆਂ ਕੀ ਕਰਦੀਆਂ, ਬੇਸ਼ੱਕ ਇਹਨੂੰ BRP ਕਹਿੰਦੇ, ਤੁਹਾਨੂੰ BRP ਤੇ ਲਿਖਾ ਹੁੰਦਾ ਕਿ ਤੁਹਾਨੂੰ ਵੀਜ਼ਾ 2023 ਤੱਕ ਆ, ਲੇਕਿਨ ਨਾਲ ਹੀ ਯੂਨੀਵਰਸਿਟੀ ਇੱਕ ਈਮੇਲ ਕਰ ਦਿੰਦੀ ਆ ਕਿ 60 ਡੇਜ਼ ਦੇ ਅੰਦਰ ਨਵਾਂ ਯੂਨੀਵਰਸਿਟੀ ਜਾਂ ਕਾਲਜ ਢੂੰढो ਜਾਂ ਵੀਜ਼ਾ ਚੇਂਜ ਕਰੋ ਜਾਂ ਆਪਣੇ ਦੇਸ਼ ਵਾਪਸ ਜਾਓ। ਤੇ ਲੇਕਿਨ ਚੂੰਕਿ ਹੋਮ ਆਫਿਸ ਬਿਜ਼ੀ ਹੈਗੀ ਆ, ਉਹ ਉਸ ਜਵਾਬ ਦੇਣੇ ਤੁਸਾਂ ਦਾ ਵੀਜ਼ਾ ਕੈਂਸਲ ਕਰਨੇ ਹੋ ਸਕਦਾ ਸਾਲੋਂ ਵੀ ਲੱਗ ਜਾਣ, ਮਹੀਨੋਂ ਵੀ ਲੱਗ ਜਾਣ। ਤੇ ਸਟੂਡੈਂਟ ਇਹ ਸਮਝਦਾ ਕਿ ਮੇਰਾ ਕੁਝ ਵੀ ਨਹੀਂ, ਇਹ ਵਿਗਾੜ ਸਕਦੇ, ਲੇਕਿਨ ਇਹ ਹਕੀਕਤ ਨਹੀਂ ਆ। ਤੁਸੀਂ ਅੱਗੇ ਜਦੋਂ ਵੀਜ਼ਾ ਐਕਸਟੈਂਡ ਕਰੋਗੇ ਤੇ ਪੋਟੈਂਸ਼ੀਅਲੀ ਤੌਰ ਤੇ ਤੁਹਾਨੂੰ ਪ੍ਰੋਬਲਮ ਵੀ ਆ ਸਕਦੀ ਆ। ਤੇ ਕੋਸ਼ਿਸ਼ ਇਹ ਕਰੋ ਤੁਸੀਂ ਵੀਜ਼ੇ ਦੇ ਅੰਦਰ ਰਹੋ। ਵੀਜ਼ੇ ਦੇ ਅੰਦਰ ਖਾਸ ਕਰ ਸਟੂਡੈਂਟ ਨੂੰ ਮੈਂ ਅੱਜ ਇਹ ਐਡਵਾਈਸ ਕਰੂੰਗਾ ਕਿ ਵੀਜ਼ੇ ਦੇ ਅੰਦਰ ਰਹੋਗੇ ਤੇ ਤੁਸੀਂ ਅੱਗੇ ਵਰਕ ਪਰਮਿਟ ਵੀ ਲੈ ਸਕਦੇ ਹੋ, ਤੁਸੀਂ ਗਲੋਬਲ ਟੈਲੈਂਟ ਵੀਜ਼ੇ 'ਤੇ ਜਾ ਸਕਦੇ ਹੋ, ਤੁਸੀਂ ਅੱਗੇ ਸਕੇਲ ਆਫ ਵੀਜ਼ਾ ਉਸੇ ਜਾ ਸਕਦੇ ਹੋ, ਤੁਸੀਂ ਸ਼ਾਦੀਆਂ ਵੀ ਕਰ ਸਕਦੇ ਹੋ, ਤੁਸੀਂ ਇੰਟਰਚੇਂਜ ਸਵਿਚ ਵੀ ਕਰ ਸਕਦੇ ਹੋ। ਤੁਹਾਡਾ ਫਿਊਚਰ ਹੈ ਬੇਸਿਕਲੀ, ਫਿਊਚਰ ਹੈਗਾ। ਵੀਜ਼ੇ ਤੇ ਅਗਰ ਨਿਕਲ ਜਾਓਗੇ ਭਾਜੀ ਤੇ ਫਿਰ ਤੁਸੀਂ ਅਮਨੈਸਟੀ ਜਿਹੀ ਤਾਰੀਖਾਂ ਦੇ ਮੁਹਤਾਜ ਹੀ ਰਹੋਗੇ। ਫਿਰ ਅਮਨੈਸਟੀ ਜਿਹੀ ਤਾਰੀਖਾਂ ਤੇ ਰਹੋ, ਜਾਂ ਫਿਰ ਤੁਸੀਂ ਇਹੀ ਕਰੋ ਕਿ ਇੱਥੇ ਬੱਚੇ ਹੋਣ ਤੇ ਬੱਚਿਆਂ ਦਾ ਜਾਂ 5 ਸਾਲ ਦਾ ਵੇਟ ਕਰੋ ਜਾਂ ਬੱਚਿਆਂ ਦਾ 7 ਸਾਲ ਹੋਣ ਦਾ ਵੇਟ ਕਰੋ, ਠੀਕ ਆ। ਤੇ ਫਿਰ ਇਹੀ ਤੁਹਾਨੂੰ ਆਪਸ਼ਨ ਰਹਿ ਜਾਵਣਗੇ। ਪਹਿਲੇ ਜਿਹੜੇ ਲੋਕੀ ਆਏ ਉਹਨਾਂ ਸ਼ਾਇਦ 10 ਜਾਂ 20 ਸਾਲ ਕੱਢ ਲਏ। ਅੱਜ ਕੱਲ੍ਹ ਦੇ ਦੌਰ ਵਿੱਚ, ਟੈਕਨੋਲੋਜੀ ਦੇ ਦੌਰ ਵਿੱਚ, ਜਿੱਥੇ ਹੋਮ ਆਫਿਸ ਆਪਣਾ ਸਾਰਾ ਡੇਟਾਬੇਸ ਬੜਾ ਸਿਸਟਮੈਟਿਕ ਤੇਜ਼ੀ ਨਾਲ ਅਪਡੇਟ ਕਰ ਰਿਹਾ, ਇੱਥੇ ਹੁਣ ਰਹਿਣਾ ਆਸਾਨ ਨਹੀਂ ਹੋਊਗਾ, ਛੁਪ ਕੇ ਰਹਿਣਾ ਮੁਸ਼ਕਿਲ ਹੋ ਜਾਊਗਾ। ਦੇਖੋ ਲੈਂਡਲਾਰਡ ਨੂੰ ਕਹਿ ਰਹੇ ਨੇ ਇਹ ਜੇ ਬੰਦਿਆਂ ਨੂੰ ਤੁਸੀਂ ਘਰ ਹੀ ਰੱਖਣਾ ਦਿਓ, ਇਹਨਾਂ ਨੂੰ ਰਾਈਟ ਟੂ ਰੈਂਟ ਨਹੀਂ ਆ। ਸੁਣੋ ਮੇਰੀ ਗੱਲ, DVLA ਨੂੰ ਕਹਿ ਰਹੇ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਓ, ਇਹਨਾਂ ਬੈਂਕਾਂ ਦੇ ਮਗਰ ਵੀ ਪੈਸੇ ਇਹਨਾਂ ਦੇ ਅਕਾਊਂਟ ਬੰਦ ਕਰੋ, ਠੀਕ ਆ। ਲੇਕਿਨ ਬੈਂਕਾਂ ਨੇ ਓਬਵੀਅਸਲੀ ਉਹਨਾਂ ਦੇ ਆਪਣੇ FCA ਦੇ ਰੂਲ ਰੈਗੂਲੇਸ਼ਨ ਹੈਗੇ, ਉਹਨਾਂ ਨੇ ਗੱਲ ਨਹੀਂ ਮੰਨੀ, ਠੀਕ ਆ। ਉਹਨਾਂ ਨੇ ਇੰਪਲਾਇਰ ਨੂੰ ਕਹਿ ਤਾ ਇਹਨਾਂ ਨੂੰ ਜੌਬ ਨਾ ਦਿਓ ਵਰਨਾ 20,000 ਪਾਉਂਡ ਫਾਈਨ ਹੋਊਗਾ। ਕਹਿਣ ਦਾ ਮਤਲਬ ਘੇਰਾ ਤੰਗ ਕਰਨ ਹਰ ਤਰਫੋਂ, ਠੀਕ ਆ। ਪਹਿਲੇ ਦੌਰ ਦੀ ਗੱਲਾਂ ਕੁਝ ਹੋਰ ਸਨ, ਠੀਕ ਆ। ਅੱਜ ਕੱਲ੍ਹ ਇੱਕ ਨया ਜ਼ਮਾਨਾ, ਜਦੀਦ ਦੌਰ ਹੈਗਾ। ਕੋਸ਼ਿਸ਼ ਇਹ ਕਰੋ ਕਿ ਤੁਸੀਂ ਆਪਣੇ ਕਾਨੂੰਨ ਦੇ ਨਾਲ ਹੱਥ ਮਿਲਾ ਕੇ ਚੱਲਦੇ ਰਹੋ, ਠੀਕ ਹੈ ਜੀ। ਹੁਣ ਤੇ ਬਾਜੀ ਉਹ ਗੱਲਾਂ ਛੋੜੋ, ਹੁਣ ਤੇ ਜਿਹੜੇ ਬ੍ਰਿਟਿਸ਼ ਉਹਨਾਂ ਦੇ ਮਗਰ ਪੈ ਗਏ, ਨੈਸ਼ਨੈਲਿਟੀ ਕੈਂਸਲ ਕਰ ਸਕਦੇ ਨੇ ਬਗੈਰ ਨੋਟਿਸ ਦਿੱਤੇ, ਠੀਕ ਹੈ ਨਾ। NC-19 ਦੀ ਅਸੀਂ ਗੱਲ ਕਰ ਰਹੇ ਹਾਂ। ਹੁਣ ਤੇ ਇਹਨਾਂ ਦੇ ਬ੍ਰੈਕਸਿਟ ਤੋਂ ਪਿੱਛਾ ਛੁਡਾਉਣ ਦਾ ਕਿ ਇਹ ਵੀ ਸੀ ਕਿ ਅਸੀਂ ਫੁੱਲ ਆਪਣੀ ਥੋੜੀ ਜਿਹੀ ਬਦਮਾਸ਼ੀ ਵੀ ਕਰ ਸਕੀਏ, ਠੀਕ ਆ। ਬਿਲਕੁਲ ਜੀ। ਤੇ ਹਾਂ ਬਿਲਕੁਲ, ਹੁਣ ਇਕੱਲੇ ਹੋ ਗਿਆ ਤੇ ਕਹਿਣਾ ਆਪਣਾ ਅਸੀਂ ਆਪਣਾ ਫੈਸਲਾ ਆਪ ਕਰ ਸਕਦੇ ਹਾਂ। ਤੇ ਬਿਲਕੁਲ ਜੀ, ਜਵੇਦ ਜੀ ਸਟੂਡੀਓ ਦੇ ਵਿੱਚ ਆਏ, ਤੁਸੀਂ ਆਪਣਾ ਟਾਈਮ ਕੱਢਿਆ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਨਾਲ ਹੀ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਚਾਹਾਂਗਾ ਕਿ ਜਵੇਦ ਜੀ ਵੀ ਵਧਾਈ ਦੇ ਪਾਤਰ ਆ, ਕਿਉਂਕਿ ਲੰਡਨ ਦੇ ਵਿੱਚ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਟੂਡੀਓ ਖੋਲ੍ਹ ਦਿੱਤੇ ਗਏ ਆ, ਮਿਲਣ ਵਾਸਤੇ ਆਫਿਸ ਖੋਲ੍ਹ ਦਿੱਤੇ ਗਏ ਆ, ਤੇ ਉੱਥੇ ਵੀ ਤੁਸੀਂ ਇਹਨਾਂ ਦੇ ਨਾਲ ਕੰਟਰੈਕਟ ਕਰ ਸਕਦੇ ਹੋ। ਜਵੇਦ ਜੀ ਇੱਕ ਵਾਰੀ ਦੱਸ ਦਿਓ ਜੀ ਕਿਹੜੇ-ਕਿਹੜੇ ਟਾਊਨ ਦੇ ਵਿੱਚ ਆਫਿਸ? ਭਾਜੀ ਸਾਡੇ ਲੰਡਨ ਵਿੱਚ 2 ਆਫਿਸ ਖੋਲੇ, ਉੱਥੇ ਇੱਕ ਖੋਲਾ ਉੱਥੇ ਸਾਊਥ ਹਾਲ ਕੋਲ ਆਗਸਬ੍ਰਿਜ ਹੀਥਰੋ 에ਅਰਪੋਰਟ ਕੋਲ, ਦੂਸਰਾ ਇਲਫਰਡ ਖੋਲਾ, ਬਰਮਿੰਗਮ ਵਿੱਚ 2 ਹੋ ਗਏ, ਨੋਟਿੰਗਮ ਵੀ ਆਪਾਂ ਖੋਲ ਰਿਹਾ। ਤੇ ਅਸੀਂ ਕੀ ਕਰ ਰਹੇ ਹਾਂ ਕਿ ਆਪਣੇ ਜਿਤਨੇ ਵੀ ਖਾਸ ਕਰ ਜਿੱਥੇ ਆਪਣੀ ਕਮਿਊਨਿਟੀ ਆ ਉਸ ਪਾਸੇ ਜਾ ਰਹੇ ਹਾਂ, ਕਿਉਂ ਸਾਡੀ ਜਿਹੜੀ ਜਨਤਾ ਹੈਗੀ, ਆਪਣੇ ਲੋਕ ਹੈਗੇ, ਆਪਣੀ ਜਿਹੜੀ ਕੌਮ ਹੈਗੀ ਜਾਂ ਪੰਜਾਬੀ ਭੈਣ ਭਾਈ ਆ ਗਏ, ਖਾਸ ਕਰ ਜਿਹੜੇ ਸਟੂਡੈਂਟ ਇੰਨੇ ਪੈਸੇ ਲੈ ਕੇ ਆ ਰਹੇ ਪਿੱਛੇ, ਉਹਨਾਂ ਨੂੰ ਆਪਾਂ ਕੋਸ਼ਿਸ਼ ਕਰੀਦਾ ਕਿ ਆਪਾਂ ਉਹਨਾਂ ਨੂੰ ਜਿੰਨੀ ਜ਼ਿਆਦਾ ਸਹੂਲਤ ਦਿੱਤੀ ਜਾਵੇ। ਤੇ ਜਿਹੜੇ ਆਪਾਂ ਇਸ ਤੋਂ ਇਲਾਵਾ ਜਿਹੜੀ ਪ੍ਰਾਪਰਟੀਆਂ ਦੇ ਮਾਮਲਾਤ ਹਨ ਉਸ 'ਤੇ ਵੀ ਆਪਾਂ ਪੂਰਾ ਕੰਮ ਕਰ ਰਹੇ ਹਾਂ ਕਿ ਉਹਨਾਂ ਬਿਲਡਰ ਭਾਈਆਂ ਨੂੰ ਜਾਂ ਜਿਹੜੇ ਵੀ ਪੰਜਾਬੀ ਮਿਹਨਤਕਸ਼
ਲੋਕ ਅੱਗੇ ਹਾਂਜੀ ਇਸ ਫੀਲਡ ਦੇ ਅੰਦਰ ਉਹਨਾਂ ਨੂੰ ਵੀ ਆਪਾਂ ਪੂਰੀ ਸਪੋਰਟ ਕੀਤੀ ਜਾਵੇ। ਬਿਲਕੁਲ ਜੀ, ਹਾਂਜੀ ਥੈਂਕ ਯੂ ਜੀ। ਥੈਂਕ ਯੂ ਭਾਜੀ। ਤੇ ਥੈਂਕ ਯੂ ਜੀ ਇੱਕ ਵਾਰ ਫੇਰ ਤੁਹਾਡਾ, ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਤੇ KTV ਦੇ ਦਰਸ਼ਕਾਂ ਦੇ ਨਾਲ ਆਪਣਾ ਸਲਾਹ ਮਸ਼ਵਰਾ ਦਿੱਤਾ ਤੇ ਉਹਨਾਂ ਦੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਕੀਤਾ, ਤੇ ਉਮੀਦ ਹੈ ਕਿ ਤੁਸੀਂ ਵੀ ਇਹਨਾਂ ਦੀ ਜਿਹੜੀ ਸਲਾਹ ਦਿੱਤੀ ਹੈ, ਸਹੀ ਸਲਾਹ ਦਿੱਤੀ ਹੈ, ਉਹ ਤੋਂ ਤੁਸੀਂ ਲਾਭ ਉਠਾ ਸਕੋਗੇ ਜੀ। ਤੇ ਹੁਣ ਸਾਨੂੰ ਦਿਓ ਜੀ ਇਜਾਜ਼ਤ, ਆਪੋ ਆਪਣਾ ਰੱਖਿਓ ਜੀ ਖਿਆਲ, ਮਿਲਾਂਗੇ ਹੋਰ ਕਿਸੇ ਦਿਨ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ। ਅੱਜ ਦੇ ਲਈ ਇੰਨਾ ਹੀ, ਤੇ ਸਾਡੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਨਾਈਟ। ਥੈਂਕ ਯੂ।